ਸਤਿ ਸ਼੍ਰੀ ਅਕਾਲ ਜੀ। ਮੈਂ ਲਾਈਵ ਹੋ ਚੁੱਕੀ ਹਾਂ ਹਲਚਲ ਟੀਵੀ ਕੈਨੇਡਾ ਦੇ ਸੁਣਨ ਤੇ ਦੇਖਣ ਵਾਲੇ ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਕੁੰਡਲੀ ਬਾਰਡਰ ਤੋਂ ਗੱਲ ਕਰ ਰਹੀ ਹਾਂ। ਪਿੱਛੇ ਸਟੇਜ ਤੇ ਬੁਲਾਰਿਆਂ ਦੀ ਆਵਾਜ਼ ਆ ਰਹੀ ਹੈ ਤੇ ਹੁਣੇ ਮੈਂ ਇੱਕ ਨਾਟਕ ਦੇਖਿਆ ਤੇ ਨਾਟਕ ਦੇ ਜਿਹੜੇ ਵਧੀਆ ਤਰੀਕੇ ਨਾਲ ਪ੍ਰੈਜੈਂਟੇਸ਼ਨ ਕੀਤਾ ਜਿਨ੍ਹਾਂ ਨੇ, ਉਹਨਾਂ ਦੇ ਨਾਲ ਅਸੀਂ ਹੁਣ ਗੱਲਬਾਤ ਕਰਨ ਜਾ ਰਹੇ ਹਾਂ। ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ, ਤੁਸੀਂ ਇਹ ਜਿਹੜਾ ਨਾਟਕ ਪੇਸ਼ ਕੀਤਾ ਹੈ, ਇਸ ਦੇ ਰਾਹੀਂ ਤੁਸੀਂ ਕਿਸਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ? ਦੇਖੋ, ਇਸ ਦੇ ਰਾਹੀਂ ਅਸੀਂ ਸਰਕਾਰ ਨੂੰ ਸੰਦੇਸ਼ ਦੇਣਾ ਚਾਹੁੰਦੇ ਹਾਂ। ਵੈਸੇ ਸੰਦੇਸ਼ ਤਾਂ ਉਹ ਤਾਂ ਵੈਸੇ ਜਾਣਦੇ ਵੀ ਹੈਗੇ ਨੇ, ਹੈ ਨਾ ਜੀ। ਇਹ ਨਾਟਕ ਨਾਲ ਇਹ ਹੋ ਜਾਂਦਾ ਜਿਵੇਂ ਆਪਾਂ ਚਾਰਜ ਹੋ ਜਾਂਦੇ ਹਾਂ ਤੇ ਆਪਾਂ ਸੰਘਰਸ਼ ਦੇ ਵਿੱਚ ਇੱਥੇ ਕੋਈ ਵੀ ਆਇਆ ਹੋਇਆ ਆ, ਉਹ ਦੇਖਦਾ ਆ ਵੀ ਕਿਸਾਨ ਦੀ ਜ਼ਿੰਦਗੀ ਐਵੇਂ ਆ, ਕਿਸਾਨ ਦੀ ਜ਼ਿੰਦਗੀ 'ਚ ਕਿਵੇਂ ਵਾਪਰਦਾ ਆ। ਉਹਨੇ ਵੀ ਬੱਚਿਆਂ ਦੀ ਫੀਸ ਭਰਨੀ ਆ, ਉਹਨੇ ਵੀ ਬਿੱਲ ਤਾਰਨੇ ਨੇ ਬਿਜਲੀ ਦੇ, ਉਹਨੇ ਵੀ ਆਪਣੇ ਘਰੇ ਰੋਟੀ ਪਾਣੀ ਦਾ ਰਾਸ਼ਨ ਲੈ ਕੇ ਆਉਣਾ ਆ। ਵੀ ਜਦੋਂ ਕਿਸਾਨਾਂ ਨਾਲ ਕੋਈ ਇਹੋ ਜਿਹਾ ਧੱਕਾ ਹੁੰਦਾ ਆ ਵੀ ਉਹ ਕਿਵੇਂ ਜ਼ਿੰਦਗੀ ਬਤੀਤ ਕਰੂਗਾ, ਹੈ ਨਾ ਜੀ। ਉਹ ਅਸੀਂ ਦਿਖਾਉਣ ਦੀ ਕੋਸ਼ਿਸ਼ ਕੀਤੀ ਅੱਜ। ਕੀ ਸਰ ਤੁਹਾਨੂੰ ਲੱਗਦਾ ਹੈ 9 ਤਰੀਕ ਨੂੰ ਜਿਹੜਾ ਫੈਸਲਾ ਹੋਏਗਾ, ਸਰਕਾਰ ਕੋਈ ਫੈਸਲਾ ਕਰੇਗੀ ਜਾਂ ਨਹੀਂ ਕਰੇਗੀ? ਅਗਰ ਕੋਈ ਕਰੇਗੀ, ਅਗਰ ਇਸ ਦੇ ਬਿੱਲ ਦੇ ਵਿੱਚ ਸ਼ੋਧ ਹੁੰਦੀ ਹੈ ਜਾਂ ਬਿੱਲ ਕੈਂਸਲ ਹੁੰਦਾ ਹੈ, ਪਾਸ ਹੁੰਦਾ ਹੈ, ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਦੇਖੋ, ਜੋ ਮੀਟਿੰਗ ਦਾ ਏਜੰਡਾ ਹੈਗਾ ਜੀ, ਉਹਦੇ ਵਾਸਤੇ ਤਾਂ ਜੋ ਜਿੰਨੀਆਂ ਵੀ ਜਥੇਬੰਦੀਆਂ ਹੈਗੀਆਂ ਨੇ, ਉਹਨਾਂ ਦੇ ਜਿਹੜੇ ਮੂਹਰੇ ਪ੍ਰਧਾਨ ਨੇ, ਹੈ ਨਾ ਜੀ, ਉਹ ਡਿਸਾਈਡ ਕਰਨਗੇ। ਅਸੀਂ ਤਾਂ ਸਾਰਿਆਂ ਨੇ ਜੋ ਪ੍ਰਧਾਨਾਂ ਨੇ ਕਹਿਣਾ ਅਸੀਂ ਉਹ ਮੰਨਣਾ ਆ, ਉਹ ਮੀਟਿੰਗ ਤੇ ਡਿਸੀਜਨ ਲੈਣਗੇ। ਅਗਲੀ ਗੱਲ ਇਹ ਆ ਜੀ, ਦੇਖੋ ਆਪਾਂ ਨੂੰ ਵੀ ਪਤਾ ਆ ਵੀ ਉਹ ਸਰਕਾਰ ਆ, ਉਹਨਾਂ ਨੂੰ ਪਤਾ ਵੀ ਕਿਸਾਨ ਇੱਥੋਂ ਆ ਗਏ। ਦੇਖੋ, ਇੱਕ ਚੌਂਕ ਦੇ ਵਿੱਚ ਇੱਕ ਬੰਦਾ ਬਿਨਾਂ ਲਾਇਸੈਂਸ ਤੋਂ ਲੰਘ ਨਹੀਂ ਸਕਦਾ ਜੀ, ਉਹਦਾ ਵੀ ਚਲਾਨ ਹੋ ਜਾਂਦਾ ਆ। ਕਿਸਾਨ ਉੱਥੋਂ ਉੱਠ ਕੇ ਇੱਥੇ ਆ ਗਏ, ਕੀ ਉਹਨਾਂ ਨੂੰ ਪਤਾ ਨਹੀਂ ਲੱਗਿਆ? ਸਾਰੀ ਇਨਫੋਰਮੇਸ਼ਨ ਜਾਂਦੀ ਆ, ਟੀਵੀ ਚੈਨਲਸ ਨੇ ਉਹ ਆਪਣੀਆਂ ਰੈਲੀਜ਼ ਕਰ ਰਹੇ ਨੇ, ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਗੱਲ ਇਹ ਆ ਹੰਕਾਰ ਦੀ, ਈਗੋ ਦੀ। ਠੀਕ ਹੈ ਜੀ। ਦੇਖੋ, ਅਗਲੀ ਗੱਲ ਮੈਂ ਤਾਂ ਇਹ ਸੋਚਦਾ ਹੁੰਦਾ ਵੀ ਜੇ ਪੰਜਾਬ ਦੇ ਵਿੱਚ ਰਹਿ ਕੇ ਇਹ ਮੁੱਦਾ ਹੱਲ ਹੋ ਜਾਂਦਾ, ਫਿਰ ਜਿਹੜੀ ਵਰਲਡ ਲੈਵਲ ਤੇ ਹੁਣ ਪੰਜਾਬੀਆਂ ਦੇ ਗੁਣਾਂ ਦੀ ਗੱਲ ਗਈ ਹੈ ਨਾ, ਵੀ ਪੰਜਾਬੀ ਅੱਗੇ ਤਾਂ ਐਂ ਕਹਿੰਦੇ ਸੀਗੇ ਪੰਜਾਬੀ ਤਾਂ ਇਕੱਲੇ ਮਾਰਨ ਵਾਲੇ ਨੇ, ਗਾਣਿਆਂ 'ਚ ਦਿਖਾਇਆ ਜਾਂਦਾ ਸੀਗਾ ਜਿਹੜੇ ਬਾਲੀਵੁੱਡ ਹਾਲੀਵੁੱਡ ਦੀਆਂ ਫਿਲਮਸ ਨੇ, ਵੀ ਪੰਜਾਬੀ ਤਾਂ ਲੜਨ ਕੁੱਟਣ ਵਾਲੇ ਨੇ। ਹੁਣ ਕਲੀਅਰ ਹੋ ਗਿਆ ਵੀ ਪੰਜਾਬੀ ਤਾਂ ਜਿਹੜੇ ਕੁੱਟਦੇ ਨੇ ਉਹਨਾਂ ਨੂੰ ਵੀ ਲੰਗਰ ਛਕਾਉਣ ਵਾਲੇ ਨੇ। ਹੁਣ ਇੱਥੋਂ ਗੱਲ ਗਈ ਆ, ਠੀਕ ਹੈ ਜੀ। ਜੇ ਪੰਜਾਬ 'ਚ ਦੇਖੋ, ਦਿੱਲੀ ਜਿਹੜੀ ਧਰਤੀ ਆ, ਦਿੱਲੀ ਸ਼ਹੀਦੀ ਹੋਈ ਗੁਰੂ ਤੇਗ ਬਹਾਦਰ ਜੀ ਦੀ, ਦਿੱਲੀ ਸ਼ਹੀਦੀ ਹੋਈ ਭਾਈ ਮਤੀ ਦਾਸ ਸਤੀਦਾਸ ਹੋਣਾ ਜੀ, ਹੈ ਨਾ ਜੀ, ਭਾਈ ਦਿਆਲਾ ਜੀ ਦੀ। ਅੱਜ ਵੀ ਗੁਰੂ ਸਾਹਿਬ ਉੱਥੇ ਹੀ ਨੇ, ਉਹਨਾਂ ਕਰਕੇ ਹੀ ਇਹ ਸੰਘਰਸ਼ ਅੱਗੇ ਵੱਧ ਰਿਹਾ ਆ। ਸਰਕਾਰ ਨੇ ਬੜੀ ਕੋਸ਼ਿਸ਼ ਕੀਤੀ ਆ ਵੀ ਕੋਈ ਇਹੋ ਜਿਹਾ ਆਨਸਰ ਵਿੱਚ ਛੱਡਿਆ ਜਾਵੇ, ਕੋਈ ਇਹੋ ਜਿਹੀ ਤਕਨੀਕ ਵਰਤੀ ਜਾਵੇ, ਸੰਘਰਸ਼ ਫੇਲ ਹੋਵੇ, ਪਰ ਸ਼ਾਂਤੀ ਦੇ ਪੰਜ ਗੁਰੂ ਤੇਗ ਬਹਾਦਰ ਜੀ ਉਹ ਆਪ ਕਿਰਪਾ ਕਰ ਰਹੇ ਨੇ। ਕਿੰਨੀ ਸ਼ਰਧਾ ਹੈ ਜੀ ਲੋਕਾਂ ਦੇ ਵਿੱਚ। ਇੱਕ ਦਿੱਲੀ ਰਹਿਣ ਵਾਲੇ ਬੱਚੇ ਵੀ ਕਹਿ ਰਹੇ ਨੇ, मम्मा मैंने किसानों के लिए बोतल में चाय लेकर जानी है। बेटे क्यों लेकर जानी है? मम्मा, जो मैं पढ़ती हूँ स्कूल कॉलेजेस में, वो मेरी स्टडी के अकॉर्डिंग वो प्रोटेस्ट कर रहे हैं। या तो मेरी बुक्स गलत है या सरकार गलत है। जो बुक्स सरकार ने मेरी एजुकेशन में सिलेबस में डाली हुई हैं, उसके अकॉर्डिंग तो वो सही काम कर रहे हैं किसान, फिर सरकार गलत क्यों कर रही है? सरकार का ही सिलेबस है, सरकार मान नहीं रही, ये बात है ਜੀ ਬਿਲਕੁਲ। ਜਿਵੇਂ ਫੇਸਬੁੱਕ ਤੇ ਅਸੀਂ ਇੱਕ ਪੋਸਟ ਵੇਖੀ ਸੀ ਜਿਸ ਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਸੀ ਤੇ ਦਿਖਾਈ ਵੀ ਦੇ ਰਿਹਾ ਸੀ ਕਿ ਜਿਨ੍ਹਾਂ ਪੁਲਿਸ ਵਾਲਿਆਂ ਨੇ ਕਿਸਾਨਾਂ ਦੇ ਉੱਤੇ ਡੰਡੇ ਬਰਸਾਏ ਸੀ, ਉਹੀ ਕਿਸਾਨ ਉਹਨਾਂ ਨੂੰ ਕਹਿ ਰਹੇ ਨੇ ਕਿ ਪਹਿਲਾਂ ਤੁਸੀਂ ਲੰਗਰ ਛਕ ਲਓ, ਬਾਅਦ ਵਿੱਚ ਡੰਡੇ ਬਰਸਾ ਲਿਓ। ਸਰ, ਤੁਸੀਂ ਕਿਸਾਨਾਂ ਨੂੰ ਇਸ ਤੋਂ ਅੱਗੇ ਹੋਰ ਕੀ ਮੈਸੇਜ ਦੇਣਾ ਚਾਹੋਗੇ ਕਿ ਇਹ ਜਿਹੜਾ ਅੰਦੋਲਨ ਚੱਲ ਰਿਹਾ ਇਹ ਇਸੇ ਤਰੀਕੇ ਸ਼ਾਂਤਮਈ ਢੰਗ ਨਾਲ ਚੱਲਦਾ ਰਹੇ? ਅਗਰ ਸਰ ਕੋਈ ਵੀ ਡਿਸੀਜਨ ਇਸ ਦੇ ਉਲਟ ਆ ਗਿਆ, ਫਿਰ ਉਸ ਤੋਂ ਬਾਅਦ ਇਸ ਅੰਦੋਲਨ ਨੂੰ ਕਿਸ ਮੋੜ ਤੇ ਲੈ ਜਾ ਕੇ ਖਤਮ ਕਰੋਗੇ? ਹਾਂਜੀ ਭੈਣ ਜੀ, ਜਿਵੇਂ ਤੁਸੀਂ ਕਿਹਾ ਨਾ, ਦੇਖੋ ਜਿਵੇਂ ਵੀ ਅਗਲਾ ਨੀਤੀ ਆਉਂਦੀ ਆ ਉਹ ਸਾਡੇ ਪ੍ਰਧਾਨ ਸਾਰੇ ਹੀ ਡਿਸਾਈਡ ਕਰਨਗੇ, ਅਸੀਂ ਉਸ ਦੇ ਅਕੋਰਡਿੰਗ ਚੱਲਾਂਗੇ। ਤੁਸੀਂ ਇਹ ਦੇਖੋ ਵੀ ਜਦੋਂ ਦਾ ਸੰਘਰਸ਼ ਚੱਲ ਰਿਹਾ ਆ, ਕੋਈ ਵੀ ਕਿਸਾਨ ਜੋ ਵੀ ਇੱਥੇ ਆਇਆ ਹੋਇਆ ਉਹ ਆਪਣੇ ਬਿਆਨ ਨਹੀਂ ਦੇ ਰਿਹਾ। ਕਿੰਨਾ ਏਕਾ, ਦੇਖੋ ਕਿੰਨੀ ਸਮਝਦਾਰੀ ਦੀ ਗੱਲ ਆ। ਉਹ ਇਹ ਗੱਲ ਕਹਿ ਰਿਹਾ ਜੋ ਫੈਸਲਾ ਆਊਗਾ, ਜੋ ਪ੍ਰਧਾਨ ਕਹਿਣਗੇ ਅਸੀਂ ਉਹ ਮੰਨਾਂਗੇ। ਇਹੀ ਏਕੇ ਦੀ ਗੱਲ ਆ, ਇਹੀ ਯੂਨਿਟੀ ਦੀ ਗੱਲ ਆ। ਜਿਵੇਂ ਸਟੋਰੀ ਹੁੰਦੀ ਸੀਗੀ ਵੀ ਏਕੇ ਵਿੱਚ ਬਾਲਾ, ਉਹੀ ਦਰਸਾਇਆ ਜਾਂਦਾ ਆ। ਬਾਕੀ ਅਗਲੀ ਗੱਲ, ਜੋ ਸਾਨੂੰ ਸਾਰੇ ਧਰਮ ਕਹਿ ਰਹੇ ਨੇ, ਗੁਰੂ ਗ੍ਰੰਥ ਸਾਹਿਬ ਜੀ, ਰਾਮਾਇਣ, ਗੀਤਾ, ਪਹਿਲਾਂ ਤੁਸੀਂ ਪਿਆਰ ਨਾਲ ਗੱਲ ਕਰੋ, ਅਰਦਾਸ ਬੇਨਤੀ ਕਰੋ ਪਰਮਾਤਮਾ ਨੂੰ, ਠੀਕ ਹੈ ਜੀ। ਜਿਵੇਂ ਗੁਰੂ ਸਾਹਿਬ ਨੇ ਕਿਹਾ ਵੀ ਮੈਂ ਕਿਰਪਾਨ ਚੱਕਣੀ ਨਹੀਂ ਸੀ ਚਾਹੁੰਦਾ, ਪਰ ਮੈਂ ਅੰਤ ਨੂੰ ਜੇ ਇਹ ਮੈਂ ਅੱਕ ਕੇ ਚੱਕੀ ਆ, ਠੀਕ ਹੈ ਜੀ। ਉਹੀ ਗੱਲ ਫਿਰ ਅੱਗੇ ਬਾਅਦ ਚ ਆਉਂਦੀ ਆ। ਜੀ ਬਿਲਕੁਲ। ਜਿਵੇਂ ਕਿ ਅਸੀਂ ਦੇਖਣ ਨੂੰ ਇੱਥੇ ਕਾਫੀ ਕੁਝ ਮਿਲਿਆ, ਕਾਫੀ ਕਿਸਾਨ ਇੱਥੇ ਆ ਕੇ ਮੌਜੂਦ ਨੇ। ਮੈਂ ਸਰ ਤੁਹਾਨੂੰ ਲਾਸਟ ਕੁਐਸਚਨ ਪੁੱਛਣਾ ਚਾਹੂੰਗੀ ਕਿ ਜਿਵੇਂ ਕਾਫੀ ਲੋਕ ਇੱਥੇ ਮੌਜੂਦ ਨੇ, ਈਵਨ ਤੁਸੀਂ ਵੀ ਕਾਫੀ ਲੰਮੇ ਟਾਈਮ ਤੋਂ ਇੱਥੇ ਮੋਰਚੇ ਨੂੰ ਫਤਿਹ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹੋ, ਤੁਹਾਡੇ ਘਰ ਪਰਿਵਾਰ ਵਿੱਚ ਕੀ ਹਾਲ ਚਾਲ ਨੇ? ਬੀਬੀਆਂ ਕਿਵੇਂ ਨੇ ਜੋ ਘਰ ਵਿੱਚ ਬੈਠੀਆਂ ਨੇ, ਜਾਂ ਘਰ ਵਿੱਚ ਇਨਕਮ ਦਾ ਸੋਰਸ ਕੀ ਹੈ? ਅੱਗੇ ਵਾਧਾ ਹੋਏਗਾ ਜਾਂ ਨਹੀਂ ਹੋਏਗਾ? ਇਸ ਦੇ ਬਾਰੇ ਵਿੱਚ ਕੀ ਕਹਿਣਾ ਚਾਹੋਗੇ? ਦੇਖੋ, ਘਰ ਦੇ ਹਾਲਾਤ ਤਾਂ ਇਹ ਨੇ ਵੀ ਜਿਹੜੇ ਨਾ ਸਾਡੇ
ਘਰਾਂ ਵਿੱਚ ਸਵੇਰ ਸ਼ਾਮ 5 ਬਾਣੀਆਂ ਪੜ੍ਹੀਆਂ ਜਾਂਦੀਆਂ ਨੇ ਸਾਰੇ ਪੰਜਾਬ ਦੇ ਵਿੱਚ, ਤੁਹਾਡੇ ਵੀ ਪੜ੍ਹੀਆਂ ਜਾਂਦੀਆਂ ਨੇ, ਸ਼ਾਮ ਨੂੰ ਪੜ੍ਹੀਆਂ ਜਾਂਦੀਆਂ ਨੇ ਸਾਰੇ ਪੰਜਾਬ ਦੇ ਵਿੱਚ। ਲੋਕੀ ਮੰਦਰ ਗੁਰਦੁਆਰੇ ਮਸਜਿਦ ਜਾਂਦੇ ਨੇ, ਠੀਕ ਹੈ ਜੀ। ਇਨਕਮ ਸੋਰਸ ਜਾਂ ਹੋਰ ਪ੍ਰੋਬਲਮ ਦਾ ਸੋਲੂਸ਼ਨ ਉਹ ਸਾਨੂੰ ਸਿਖਾਉਂਦੇ ਨੇ। ਅਸੀਂ ਜਦੋਂ ਇਹ ਮਤਲਬ ਧਿਆਉਂਦੇ ਹਾਂ ਵੀ ਸਾਨੂੰ ਪਤਾ ਲੱਗਿਆ ਵੀ ਗੁਰੂ ਸਾਹਿਬ ਕੁਝ ਹੈਗੇ ਨੇ, ਉਦੋਂ ਹੀ ਸਾਨੂੰ ਦੱਸ ਰਹੇ ਨੇ ਸਵੇਰ ਸ਼ਾਮ ਵੀ ਭਾਈ ਜਦੋਂ ਔਕੜ ਕੋਈ ਆਈ ਇਨਕਮ ਸੋਰਸ ਕੀ ਹੋਊਗਾ। ਦੇਖੋ ਭਾਈ ਤਾਰੂ ਸਿੰਘ ਦੀ ਸ਼ਹੀਦੀ ਹੋਈ ਪਰ ਉਹ ਲੰਗਰ ਛਕਾਉਂਦੇ ਰਹੇ। ਜਿਵੇਂ ਤੁਸੀਂ ਕਿਹਾ ਭੈਣ ਜੀ ਵੀ ਪੁਲਿਸ ਵਾਲਿਆਂ ਨੂੰ ਇਹ ਕਿਹਾ ਗਿਆ ਵੀ ਪਹਿਲਾਂ ਲੰਗਰ ਛਕੋ, ਐਵੇਂ ਹੀ ਭਾਈ ਤਾਰੂ ਸਿੰਘ ਦੀ ਮਾਂ ਨੇ ਕਿਹਾ ਸੀਗਾ ਵੀ ਜੇ ਤੁਸੀਂ ਗ੍ਰਿਫਤਾਰ ਕਰਨ ਆਏ ਹੋ ਭਾਈ ਤਾਰੂ ਸਿੰਘ ਨੂੰ, ਮੇਰੇ ਬੇਟੇ ਨੂੰ, ਪਹਿਲਾਂ ਲੰਗਰ ਛਕੋ। ਇਸ ਕਰਕੇ ਨਾ ਵੀ ਮਤਲਬ ਸਾਡਾ ਇਤਿਹਾਸ ਸਾਨੂੰ ਸਵੇਰ ਸ਼ਾਮ ਪੜ੍ਹਾਇਆ ਜਾਂਦਾ ਹੁੰਦਾ ਆ, ਠੀਕ ਹੈ ਜੀ। ਇਹ ਸਾਡਾ ਸਿਲੇਬਸ ਆ ਭਾਈ। ਤੁਹਾਡੇ ਨਾਲ ਐਵੇਂ ਹੋਇਆ ਦਸੰਬਰ ਮਹੀਨੇ 'ਚ ਸਾਹਿਬਜ਼ਾਦਿਆਂ ਦੇ ਸ਼ਹੀਦੀਆਂ ਹੋਈਆਂ ਛੋਟਿਆਂ ਦੀਆਂ, ਉਹਨਾਂ ਦਾ ਕੀ ਕਸੂਰ ਸੀ? ਇਹੀ ਗੱਲ ਆ ਜੀ, ਜੇ ਤੁਸੀਂ ਸੱਚ ਦੇ ਰਸਤੇ ਚੱਲੋਗੇ ਨਾ, ਇਹਨੂੰ 300 ਸਾਲ ਹੋ ਗਏ, 500 ਸਾਲ ਹੋ ਗਏ, ਜਿਹੜਾ ਵੀ ਸੱਚ ਦੇ ਰਸਤੇ ਚੱਲਦਾ ਹੈ ਈਸਾ ਮਸੀਹ ਜੀ ਚੱਲੇ, ਠੀਕ ਹੈ ਜੀ। ਬੜੇ ਬੜੇ ਫਿਲਾਸਫਰ ਚੱਲੇ ਨੇ, ਹਾਂਜੀ। ਗੁਰੂ ਅਰਜਨ ਦੇਵ ਜੀ ਸ਼ਹੀਦੀ ਹੋਈ ਆ, ਤੱਤੀ ਤਵੀ ਤੇ ਬਿਠਾ ਕੇ ਹੋਈ ਆ। ਕੀ ਉਹਨਾਂ ਨੇ ਗੁਨਾਹ ਕੀਤਾ ਸੀਗਾ? ਉਹਨਾਂ ਨੇ ਤਾਂ ਸਾਰੇ ਧਰਮਾਂ ਵਾਸਤੇ ਹਰਮੰਦਰ ਸਾਹਿਬ ਬਣਾਇਆ ਜੀ, ਸਾਰੇ ਧਰਮਾਂ ਦਾ ਸਥਾਨ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਠੀਕ ਹੈ ਜੀ, ਉਹਨਾਂ ਨੇ ਆਪਣੀ ਮੁੱਲ ਲਈ ਹੋਈ ਧਰਤੀ ਆਨੰਦਪੁਰ ਸਾਹਿਬ ਛੱਡੀ। ਕੀ ਗੁਨਾਹ ਕੀਤਾ ਸੀ ਉਹਨਾਂ ਨੇ? ਸਾਹਿਬਜ਼ਾਦੇ ਛੋਟਿਆਂ ਨੇ ਕੀ ਗੁਨਾਹ ਕੀਤਾ ਸੀਗਾ? ਇਸ ਕਰਕੇ ਇਹ ਤਾਂ ਜੀ ਦੇਖੋ ਜਿਹੜਾ ਸੱਚ ਦੇ ਰਸਤੇ ਚੱਲਦਾ ਹੈ ਨਾ, ਉਹਦੇ ਉੱਤੇ ਐਵੇਂ ਕਹਿੰਦੇ ਹੁੰਦੇ ਆ ਭਗਤਾਂ ਕੀ ਚਾਲ ਨਿਰਾਲੀ। ਉਹ ਚਾਲ ਨਿਰਾਲੀ ਕੀ ਆ? ਬੇਖਮ ਮਾਰਗ ਚੱਲਣਾ, ਇਹ ਬੇਖਮ ਮਾਰਗ ਆ ਜੀ। ਜੀ ਬਿਲਕੁਲ, ਜਿਵੇਂ ਪਹਿਲਾਂ ਕਸ਼ਮੀਰ ਨੂੰ ਲੈ ਕੇ ਐਕਟ 3 ਆਰਟੀਕਲ 370-35A ਪਾਸ ਹੋਇਆ ਸੀ, ਉਦੋਂ ਕਸ਼ਮੀਰ ਦੇ ਵਿੱਚ ਵੀ ਉੱਥੋਂ ਦੇ ਮਾਸੂਮ ਲੋਕਾਂ ਨੇ ਕਾਫੀ ਜਦੋਜਹਿਦ ਦੇ ਤਹਿਤ ਇਸ ਮੋਰਚੇ ਨੂੰ ਕਾਫੀ ਜ਼ਿਆਦਾ ਮੀਨਸ ਫਤਿਹ ਕਰਨ ਦੀ ਕੋਸ਼ਿਸ਼ ਕੀਤੀ ਸੀ, ਲੇਕਿਨ ਉਹ ਆਰਟੀਕਲ ਕੈਂਸਲ ਨਹੀਂ ਕੀਤਾ ਗਿਆ। ਹੁਣ ਇੱਥੇ ਗੱਲ ਆਉਂਦੀ ਹੈ ਪੰਜਾਬੀਆਂ ਤੇ। ਸੋ ਮੈਂ ਪੁੱਛਣਾ ਚਾਹੁੰਦੀ ਹਾਂ ਕਿ ਅਗਰ ਇਹ ਜਿਹੜਾ ਕਾਨੂੰਨ ਹੈ ਕੈਂਸਲ ਨਹੀਂ ਹੋਇਆ ਜਾਂ ਇਸ ਦੇ ਵਿੱਚ ਸਰਕਾਰ ਕੁਝ ਐਵੇਂ ਦੇ ਪਰਿਵਰਤਨ ਕਰਦੀ ਹੈ ਜਿਸ ਦੇ ਨਾਲ ਨਾ ਸਰਕਾਰ ਨੂੰ ਨੁਕਸਾਨ ਹੋਵੇਗਾ ਨਾ ਹੀ ਕਿਸਾਨਾਂ ਦੇ ਨਾਲ ਹੋਵੇਗਾ, ਤਾਂ ਇਸ ਦੇ ਬਾਰੇ ਵਿੱਚ ਤੁਹਾਡੀ ਕੀ ਵਿਚਾਰਧਾਰਾ ਹੈ ਫਿਰ? ਦੇਖੋ ਉਹੀ ਜਿਵੇਂ ਸਾਰੇ ਕਿਸਾਨਾਂ ਨੇ ਕਿਹਾ, ਚਾਹੇ 6 ਮਹੀਨੇ ਬਿਠਾ ਦਿਓ, ਚਾਹੇ ਸਾਲ ਬਿਠਾ ਦਿਓ, ਚਾਹੇ ਜਿੰਨਾ ਮਰਜ਼ੀ ਸਾਲ ਬਿਠਾ ਦਿਓ, ਸਿੱਖ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਨੇ। ਤੁਸੀਂ ਇਹ ਦੇਖੋ ਵੀ ਜਦੋਂ ਦਾ ਪ੍ਰੋਟੈਸਟ ਵੱਧ ਰਿਹਾ ਆ, ਇੱਥੇ ਗਿਣਤੀ ਵੱਧ ਰਹੀ ਆ, ਰੋਜ਼ ਡੋਨੇਸ਼ਨ ਫੋਰਨ ਕੰਟਰੀਜ਼ ਵਿੱਚੋਂ ਇੱਥੋਂ ਵੱਧ ਰਹੀਆਂ ਨੇ, ਠੀਕ ਹੈ ਜੀ। ਇਹ ਤਾਂ ਇਹ ਆ ਵੀ ਮੈਨੂੰ ਤਾਂ ਇਹ ਹੁੰਦਾ ਵੀ ਇਹ ਤਾਂ ਕਹਿਣਗੇ ਭਾਈ ਵੀ ਹੱਥ ਬੰਨੇ ਤੁਸੀਂ ਦੱਸੋ ਕੀ ਲੈਣਾ ਸਾਡੇ ਤੋਂ, ਇਹ ਲੈਣਾ ਆਊਗਾ, ਦੱਸੋ ਕੀ ਦਈਏ, ਵੀ ਭਾਈ ਦੱਸੋ ਕੀ ਚਾਹੁੰਦੇ ਹੋ, ਵੀ ਭਾਈ ਜਾਓ। ਮਤਲਬ ਇਹ ਤਾਂ ਕਿੰਨਾ ਸਹਿਯੋਗ ਹੋ ਰਿਹਾ ਆ, ਕੁਆਂਟਲਾਂ ਦੇ ਹਿਸਾਬ ਨਾਲ ਬਦਾਮ ਆ ਰਹੇ ਨੇ। ਜਿਹੜੀ ਚੀਜ਼ ਮਹਿੰਗੀ ਆ, ਦੇਖੋ ਕਰੋਨਾ ਕਾਲ ਆਇਆ, ਕਰੋਨਾ ਦਾ ਟਾਈਮ ਆਇਆ, ਚੀਜ਼ਾਂ ਬੰਦ ਹੋ ਗਈਆਂ, ਹਾਂਜੀ। ਹੁਣ ਦੇਖੋ ਤੁਸੀਂ ਕੁਐਸਚਨ ਕੀਤਾ ਵੀ ਘਰਾਂ ਪਰਿਵਾਰਾਂ 'ਚ ਕੀ ਹੁੰਦਾ ਹੋਣਾ ਇਨਕਮ ਸੋਰਸ। ਜਿਹੜੀ ਸਭ ਤੋਂ ਮਹਿੰਗੀ ਚੀਜ਼ ਆ ਬਦਾਮ, ਸਿੱਖਾਂ ਨੇ ਉਹਦੇ ਲੰਗਰ ਲਾਤੇ, ਹਾਂਜੀ। ਅਗਲੀ ਗੱਲ ਵੀ ਜਿਹੜੀ ਚਾਹੇ ਕਸ਼ਮੀਰ ਦੀ ਗੱਲ ਸੀਗੀ, ਚਾਹੇ ਹੋਰ ਸਟੇਟਾਂ ਦੀਆਂ ਗੱਲਾਂ ਸੀਗੀਆਂ, ਅਸੀਂ ਉਹ ਆ ਜਿਨ੍ਹਾਂ ਦੇ ਪੁੱਤ ਸਵਾ ਲੱਖ ਨਾਲ ਲੜਦੇ ਗੁਰੂ ਸਾਹਿਬ ਦੇ, ਅਸੀਂ ਉਹਨਾਂ ਦੇ ਵਾਰਸ ਹਾਂ। ਹਿਸਟਰੀ ਗਵਾਹ ਆ, ਬਾਈ ਪ੍ਰੂਵਡ ਆ ਵੀ ਚਮਕੌਰ ਸਾਹਿਬ ਦੇ ਵਿੱਚ ਇੱਕ ਸਿੱਖ ਦੇ ਨਾਲ ਸਵਾ ਲੱਖ ਲੜਿਆ। 1.25 ਲੱਖ ਦੀ ਗਿਣਤੀ ਇੱਥੇ ਨਹੀਂ ਹੋਣੀ, ਇਹ ਦੇਖ ਲਓ, ਇਹ ਪ੍ਰੂਵਡ ਆ। ਇਹ ਅਸੀਂ ਨਹੀਂ ਕਹਿ ਰਹੇ, ਇਹ ਮੁਸਲਮਾਨ ਧਰਮ ਦੇ ਅੱਲਾ ਯਾਰ ਖਾਂ ਜੋਗੀ ਨੇ ਕਿਹਾ ਆ। ਅਗਲੀ ਗੱਲ, ਠੀਕ ਹੈ ਜੀ, ਸਾਡੇ ਬਾਬਾ ਦੀਪ ਸਿੰਘ ਨੇ ਬਾਈ ਪ੍ਰੂਵਡ ਆ ਵੀ ਸੀਸ ਤਲੀ ਤੇ ਧਰ ਕੇ ਲੜਿਆ। ਸਾਡੇ ਹਰੀ ਸਿੰਘ ਨਲੂਏ ਨੇ ਆਪਣੇ ਹੱਥਾਂ ਨਾਲ ਸ਼ੇਰ ਦਾ ਜਵਾੜਾ ਪਾੜਿਆ ਸੀ, ਬਾਈ ਪ੍ਰੂਵਡ ਆ, ਠੀਕ ਹੈ ਜੀ। ਸਾਡਾ ਰਾਜ ਤਾਂ ਅਫਗਾਨਿਸਤਾਨ ਤੱਕ ਹੁੰਦਾ ਸੀਗਾ। ਸਾਡੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਅੰਗਰੇਜ਼ ਕੰਮ ਕਰਦੇ ਹੁੰਦੇ ਸੀਗੇ। ਦਿੱਲੀ ਸਾਡੇ ਮੂਹਰੇ ਤੱਕ ਛੋਟੀ ਜਿਹੀ ਚੀਜ਼ ਆ ਜੀ। ਬਿਲਕੁਲ, ਤੁਹਾਨੂੰ ਕੀ ਉਮੀਦ ਹੈ ਕਿ 9 ਤਰੀਕ ਨੂੰ ਮੋਰਚਾ ਫਤਿਹ ਹੋਵੇਗਾ ਕਿਸਾਨਾਂ ਦਾ? ਹਾਂਜੀ ਉਮੀਦ ਆ, ਰੋਜ਼ ਉਮੀਦ ਨਾਲੇ ਆਪਾਂ ਜਿਉਂਦੇ ਆ, ਠੀਕ ਹੈ ਜੀ। ਅਰਦਾਸ ਬੇਨਤੀ ਰੋਜ਼ ਸਿੱਖ ਕਰਦਾ ਸਰਬੱਤ ਦੇ ਭਲੇ ਦੀ, ਉਮੀਦ ਹੈਗੀ ਆ ਸਾਰਾ ਕੁਝ ਮੋਰਚਾ ਫਤਿਹ ਹੋਊਗਾ, ਮਹਾਰਾਜ ਕਿਰਪਾ ਕਰਨਗੇ। ਬਾਕੀ ਜੇ ਅੱਗੇ ਵੀ ਹੋਰ ਚੱਲਦਾ ਰਿਹਾ, ਸਾਡਾ ਸਾਰਿਆਂ ਦਾ ਜਜ਼ਬਾ ਕਾਇਮ ਆ, ਠੀਕ ਹੈ ਜੀ। ਸਾਡਾ ਕੌਨਫੀਡੈਂਸ ਕਾਇਮ ਆ, ਏਕਾ ਕਾਇਮ ਆ ਸਾਰਿਆਂ ਵਿੱਚ। ਬਾਕੀ ਅਗਲੀ ਗੱਲ, ਇੱਥੇ ਆ ਕੇ ਜੇ ਬਿੱਲਾਂ ਦਾ ਕੰਮ ਨਹੀਂ ਹੋਇਆ ਹਜੇ ਨਾ, ਬਹੁਤ ਕੁਝ ਹੋ ਗਿਆ। ਦੇਖੋ ਜੇ ਬਿੱਲ ਉੱਥੇ ਰਹਿ ਕੇ ਵੀ ਮੰਨੇ ਜਾਂਦੇ, ਉੱਥੇ ਰਹਿ ਕੇ ਬਿੱਲ ਕੱਟੇ ਜਾਂਦੇ ਹੈ ਨਾ ਜੀ, ਤੇ ਜਿਹੜੀ ਗੱਲਾਂ ਇੱਥੇ ਕਲੀਅਰ ਹੋਈਆਂ, ਜਿਵੇਂ ਅੱਗੇ ਧਰਮਾਂ ਦੇ ਵਿੱਚ ਜਿਹੜੀ ਵੰਡ ਜੀ ਫੈਲਾਈ ਹੋਈ ਸੀਗੀ, ਬਹੁਤ ਕਲੀਅਰ ਹੋ ਗਿਆ। ਅੱਜ ਮੈਂ ਵੀ ਜਿੱਥੇ ਪ੍ਰਸ਼ਾਦਾ ਛਕਿਆ ਬਹਿ ਕੇ ਟਰਾਲੀ ਦੇ ਵਿੱਚ, ਮੇਰੇ ਨਾਲ ਮੇਰਾ ਮੁਸਲਮਾਨ ਵੀਰ ਬੈਠਾ, ਉਹਦੇ ਨਾਲ ਮੇਰਾ ਹਿੰਦੂ ਵੀਰ ਬੈਠਾ। ਦੱਸੋ ਜੀ, ਉਹੀ ਪ੍ਰਸ਼ਾਦੇ ਦੀਆਂ ਪਲੇਟਾਂ, ਉਹੀ ਦਾਲ, ਉਹੀ ਸਬਜ਼ੀ, ਹਾਂਜੀ। ਅਸੀਂ ਬਹੁਤ ਗੱਲਾਂ ਪ੍ਰੇਮ ਭਾਵਨਾ ਨਾਲ ਕੀਤੀਆਂ, ਬੜਾ ਵਧੀਆ ਲੱਗਿਆ। ਇੰਨਾ ਮੈਨੂੰ ਲੱਗਿਆ ਵੀ ਪਹਿਲੀ ਵਾਰ ਪ੍ਰਸ਼ਾਦਾ ਛਕ ਕੇ ਮੈਨੂੰ ਜ਼ਿੰਦਗੀ 'ਚ ਆਨੰਦ ਆਇਆ। ਚਾਹੇ ਅਸੀਂ 5 ਸਟਾਰ ਹੋਟਲਾਂ ਵਿੱਚ ਪ੍ਰਸ਼ਾਦਾ ਛਕ ਲਈਏ, ਪਰ ਜਿਹੜੇ ਇਹ ਸਾਨੂੰ ਰਾਜਨੀਤਿਕ ਪਾਰਟੀਆਂ ਨੇ ਬਖਰੇਵੇਂ ਪੈਦਾ ਕੀਤੇ ਹੋਏ ਸੀ ਨਾ, ਇਹ ਅੱਜ ਇੱਥੇ ਇਕੱਠੇ ਹੋ ਕੇ ਉਹ ਦੂਰ ਹੋ ਗਏ। ਹਰਿਆਣੇ ਨੂੰ ਇਹ ਸੀਗਾ ਵੀ ਪਾਣੀ ਦਾ ਮਸਲਾ ਆ, ਹਰਿਆਣੇ ਵਾਲੇ ਇੱਥੇ ਕਿੰਨੀ ਸੇਵਾ ਕਰਦੇ ਨੇ, ਬਹੁਤ ਸ਼ੰਕਾਵਾਂ ਦੂਰ ਹੋ ਗਈਆਂ। ਹਰਿਆਣੇ ਵਾਲੇ ਇਹ ਕਹਿ ਰਹੇ ਨੇ ਪੰਜਾਬ ਸਾਡਾ ਵੱਡਾ ਭਰਾ, ਪੰਜਾਬ ਇਹ ਕਹਿ ਰਿਹਾ ਹਰਿਆਣਾ ਵੱਡਾ ਭਰਾ, ਰਾਜਸਥਾਨ ਕਹਿ ਰਿਹਾ ਪੰਜਾਬ ਸਾਡਾ ਵੱਡਾ ਭਰਾ। ਦੇਖੋ ਜੀ ਕਿੰਨਾ ਕੁਝ ਮਿਲ ਗਿਆ, ਹਾਂਜੀ। ਇੱਕ ਮਾੜੀ
ਜੇ ਉੱਥੇ ਹੀ ਮਸਲਾ ਹੱਲ ਹੋ ਜਾਂਦਾ, ਸ਼ਹਿਰੇ ਚੀਜ਼ਾਂ ਨਾ ਹੁੰਦੀਆਂ। ਇਸ ਕਰਕੇ ਜੋ ਗੁਰੂ ਸਾਹਿਬ ਕਰ ਰਹੇ ਨੇ, ਸ਼ਹੀਦੀਆਂ ਹੋਈਆਂ ਤੇਗ ਬਹਾਦਰ ਜੀ ਦੀਆਂ ਇੱਥੇ ਦਿੱਲੀ ਚਾਂਦਨੀ ਚੌਂਕ ਵਿਖੇ, ਕਹਿੰਦੇ ਨੇ ਵੀ ਚਾਂਦਨੀ ਚੌਂਕ ਦੇ ਵਿੱਚ ਉਦੋਂ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੀ ਜਦ ਤੱਕ ਭਾਈ ਮਤੀ ਦਾਸ ਦਾ ਸੀਸ ਦੋ ਫਾੜ ਹੋ ਕੇ ਬਾਅਦ ਚ ਸੰਪੂਰਨਤਾ ਨਹੀਂ ਹੋਈ ਜਪਜੀ ਸਾਹਿਬ ਦੀ। ਇਹ ਧਰਤੀ ਉਹ ਆ, ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਮਹਾਰਾਜ ਉੱਥੇ ਬੈਠੇ ਨੇ। ਇਸ ਕਰਕੇ ਜਿੱਤ ਤਾਂ ਸੱਚ ਦੀ ਹੋਣੀ ਹੋਣੀ ਆ ਜੀ। ਧੰਨਵਾਦ। ਜੀ ਬਿਲਕੁਲ, ਜਿਵੇਂ ਬਾਬਾ ਜੀ ਨੇ ਸਾਨੂੰ ਦੱਸਿਆ ਹੈ ਕਿ ਹੁਣ ਸਰਕਾਰ ਜਿਹੜੀ ਹੈਗੀ ਹੈ ਧਰਮਾਂ ਦੇ ਨਾਂ ਤੇ ਨਹੀਂ ਲੜਾ ਸਕਦੀ। ਜਿਵੇਂ ਇਹਨਾਂ ਨੇ ਸਾਨੂੰ ਦੱਸਿਆ ਕਿ ਮੈਂ ਟਰਾਲੀ ਦੇ ਵਿੱਚ ਪ੍ਰਸ਼ਾਦਾ ਛਕਿਆ ਤੇ ਨਾਲ ਇਹਨਾਂ ਦੇ ਨਾਲ ਇੱਕ ਮੁਸਲਿਮ ਭਰਾ ਸੀ। ਸੋ ਮੈਨੂੰ ਇਹ ਲੱਗਦਾ ਕਿ ਇਹ ਅੰਦੋਲਨ ਕਿਤੇ ਨਾ ਕਿਤੇ ਜਾ ਕੇ ਇੱਕ ਵੱਡੀ ਸੀਖ ਦੇ ਕੇ ਜਾਵੇਗਾ। ਸਭ ਤੋਂ ਵੱਡੀ ਗੱਲ ਇਹ ਕਲੀਅਰ ਹੋ ਗਈ ਹੈ ਕਿ ਜਦੋਂ ਹੱਕਾਂ ਦੀ ਗੱਲ ਆਵੇ ਉਦੋਂ ਸਾਰੇ ਪੰਜਾਬੀ ਇੱਕ ਨੇ, ਤੇ ਨਾ ਹੀ ਹੁਣ ਧਰਮਾਂ ਦੇ ਨਾਮ ਤੇ ਅੱਗੇ ਕਦੇ ਵੀ ਕੋਈ ਵੀ ਵਿਤਕਰਾ ਕੀਤਾ ਜਾਵੇਗਾ। ਸੋ ਇਹ ਅੰਦੋਲਨ ਦਾ ਅੱਗੇ ਕੀ ਹੋਣਾ ਹੈ, ਸਰਕਾਰ ਕੀ ਫੈਸਲਾ ਲੈਂਦੀ ਹੈ, ਇਹ ਤੇ ਆਉਣ ਵਾਲਾ ਸਮਾਂ ਦੱਸੇਗਾ। ਬਟ ਫਿਲਹਾਲ ਜਿਹੜਾ ਸ਼ਾਂਤਮਈ ਢੰਗ ਨਾਲ ਇਸ ਅੰਦੋਲਨ ਨੂੰ ਅੱਗੇ ਵਧਾਇਆ ਜਾ ਰਿਹਾ, ਅਸੀਂ ਤੁਹਾਡੇ ਨਾਲ ਰੂਬਰੂ ਹੁੰਦੇ ਰਹਾਂਗੇ। ਹਲਚਲ ਟੀਵੀ ਕੈਨੇਡਾ। ਰਾਸ਼ਟਰੀ ਮਹਾਸਭਾ ਭਾਰਤੀ ਕਿਸਾਨ ਯੂਪੀ ਤੋਂ ਆਇਆ ਜੀ। ਇਹ ਕਿਸਾਨਾਂ ਦੇ ਨਾਲ ਬਹੁਤ ਜ਼ਰੂਰੀ ਬੰਦਾ, ਬੜੀ ਮੁਸ਼ਕਲ ਨਾਲ ਅਸੀਂ ਪਾਰਟੀ ਕੱਢੀ ਹੈ ਜੀ। ਉਹ ਆਪਣੇ ਤੁਹਾਡੇ ਨਾਲ ਸੰਬੋਧਨ ਕਰਨਗੇ। ਇਹਨਾਂ ਤੋਂ ਬਾਅਦ ਰਵਿੰਦਰ ਗਰੇਵਾਲ ਜੀ ਵੀ ਸਟੇਜ ਦੇ ਲਾਗੇ ਪਹੁੰਚ ਜਾਣ। पंजाब ਵਿੱਚ ਉੱਠੀ ਵਿਦਰੋਹ ਦੀ ਲਹਿਰ ਜੰਗਲ ਦੀ ਅੱਗ ਵਾਂਗ ਪੂਰੇ ਦੇਸ਼ ਵਿੱਚ ਫੈਲ ਗਈ। ਸੜਕਾਂ ਤੇ ਅਣਖ ਤੇ ਗੈਰਤ ਦਾ ਤੂਫਾਨ ਹੋ ਤੁਰਿਆ। ਦਿੱਲੀ ਦੀ ਗੂੰਗੀ ਬੋੜੀ ਤੇ ਢੀਠ ਸਰਕਾਰ ਨੂੰ ਧਰਤੀ ਮਾਂ ਦੇ ਅਣਖੀਲੇ ਪੁੱਤਰਾਂ ਤੇ ਯੋਧੇ ਸ਼ਹੀਦਾਂ ਦੇ ਵਾਰਸਾਂ ਨੇ ਘੇਰਾ ਪਾ ਲਿਆ। ਤੈਨੂੰ ਮਾਰੂਗੀ ਜ਼ਰੂਰ ਤੇਰੀ ਮਾਨੀ, ਮੱਥਾ ਨਾ ਲਿਆ ਸ਼ੇਰਾਂ ਨਾਲ ਤੇਰੀ। ਤੈਨੂੰ ਮਾਰੂਗੀ ਜ਼ਰੂਰ ਤੇਰੀ ਮਾਨੀ, ਮੱਥਾ ਨਾ ਲਿਆ ਸ਼ੇਰਾਂ ਨਾਲ ਤੇਰੀ। ਤੇਰੀ ਹਿੱਕ ਤੇ ਡੇਰਾ ਬੱਲੀਏ ਨੀ, ਤੇਰੀ ਹਿੱਕ ਤੇ ਸਾਲਿਆ ਪੰਜਾਬੀਆਂ ਨੇ ਡੇਰਾ ਬੱਲੀਏ ਨੀ, ਤੇਰੀ ਹਿੱਕ ਤੇ। ਜ਼ਾਲਮ ਹਕੂਮਤ ਨਾਲ ਇਹ ਸੋਚ ਕੇ ਮੱਥਾ ਲਾਉਣ ਲਈ ਘਰੋਂ ਤੁਰੇ ਸੀ ਕਿ ਧਰਤੀ ਸਾਡੀ ਮਾਂ ਹੈ, ਅਸੀਂ ਧਰਤੀ ਦੇ ਜਾਏ ਹਾਂ। ਇਸ ਲਈ ਮਾਂ ਮਿੱਟੀ ਦੀ ਸੌਂ ਚੱਪਾ ਧਰਤੀ ਨੂੰ ਸੌਂਪ ਦੇਣੀ, ਭਾਵੇਂ ਖੁਦ ਨੂੰ ਕੁਰਬਾਨ ਕਿਉਂ ਨਾ ਹੋਣਾ ਪਵੇ। ਤੇ ਕਈ ਅਣਖੀਲੇ ਯੋਧੇ ਇਸ ਕਿਸਾਨ ਸੰਘਰਸ਼ ਦੇ ਵਿੱਚ ਕੁਰਬਾਨ ਵੀ ਹੋ ਗਏ। ਵਾਹਿਗੁਰੂ।
ਕਮਜ਼ੋਰ ਨੇ। ਤੁਹਾਡੀ ਏਜ ਕਿੰਨੀ ਹੈ? ਮੇਰੀ 25 ਸਾਲ ਹੈ ਜੀ। ਕਦੋਂ ਤੋਂ ਨਸ਼ਾ ਕਰ ਰਹੇ ਸੀ ਤੁਸੀਂ? ਮੈਨੂੰ ਹੋ ਗਏ ਜੀ ਮਤਲਬ 14 ਸਾਲ ਜੀ। 14 ਸਾਲ। ਕੀ ਮਹਿਸੂਸ ਕਰ ਰਹੇ ਹੋ ਹੁਣ ਤੁਸੀਂ ਜਦੋਂ ਨਸ਼ਾ ਛੱਡਿਆ ਤੇ ਹੁਣ ਕੀ ਮਹਿਸੂਸ ਹੋ ਰਿਹਾ ਤੁਹਾਨੂੰ? ਵਧੀਆ ਮੈਡਮ, ਬਸ ਪਹਿਲਾਂ ਕਰਨ ਲੱਗ ਗਏ ਨੌਜਵਾਨਾਂ 'ਚ ਪਤਾ ਨਹੀਂ ਲੱਗਦਾ ਸੀ, ਬਸ ਇਕੱਠੇ ਉਹਨੇ ਕਰਿਆ ਆ ਉਹ ਕਰਿਆ ਆ ਆਪਾਂ ਵੀ ਕਰਕੇ ਆਈਏ, ਉਹ ਲੈ ਆਏ ਆਪਾਂ ਵੀ ਲੈ ਕੇ ਆਈਏ, ਉਹ ਚਲੇ ਗਏ ਆਪਾਂ ਵੀ ਚਲੀਏ, ਆਪਾਂ ਲੇਟ ਨਾ ਹੋ ਜਾਈਏ। ਬਸ ਮੈਡਮ ਇੱਦਾਂ ਹੀ ਕਦੇ ਘਰਦਿਆਂ ਦਾ ਮੂਰਖ ਬਣਾਉਣਾ, ਕਦੇ ਪੈਸੇ ਕਿਵੇਂ ਕਦੇ ਕਿਵੇਂ। ਜੀ ਬਿਲਕੁਲ। ਇੱਥੇ ਸ਼ਾਇਦ ਇੱਥੇ ਤਾਂ ਨਹੀਂ ਮੈਂ ਕਹਿ ਸਕਦੀ ਹਾਂ, ਬਟ ਪੰਜਾਬ ਵਿੱਚ ਹੋਰ ਵੀ ਇਹੋ ਜਿਹੇ ਯੂਥ ਹੈ ਜਿਹੜੇ ਕਿਤੇ ਨਾ ਕਿਤੇ ਜਾ ਕੇ ਨਸ਼ੇ ਦੀ ਦਲਦਲ ਦੇ ਵਿੱਚ ਦਿਨ ਪ੍ਰਤੀ ਦਿਨ ਰੁੱਝਦੇ ਜਾ ਰਹੇ ਨੇ। ਸੋ ਤੁਸੀਂ ਉਹਨਾਂ ਯੰਗਸਟਰਸ ਨੂੰ ਕੀ ਸੰਦੇਸ਼ ਦੇਣਾ ਚਾਹੋਗੇ? ਕਿਵੇਂ ਮੈਡਮ? ਜਿਹੜੇ ਯੂਥ ਅੱਜ ਦੀ ਡੇਟ ਵਿੱਚ ਵੀ ਨਸ਼ੇ ਦੀ ਦਲਦਲ ਵਿੱਚ ਦਿਨ ਪ੍ਰਤੀ ਦਿਨ ਰੁੱਝਦੇ ਜਾ ਰਹੇ ਨੇ, ਠੀਕ ਹੈ, ਉਹ ਸ਼ਾਇਦ ਨਸ਼ਾ ਛੱਡਣਾ ਚਾਹੁੰਦੇ ਨੇ ਪਰ ਕਿਤੇ ਨਾ ਕਿਤੇ ਮੋੜ ਤੇ ਆ ਕੇ ਉਹ ਇਸ ਪੱਕੇ ਤਰੀਕੇ ਨਾਲ ਆਦੀ ਹੋ ਗਏ ਨੇ ਕਿ ਉਹ ਨਸ਼ਾ ਨਹੀਂ ਛੱਡ ਸਕਦੇ। ਸੋ ਤੁਸੀਂ ਇਹੋ ਜਿਹੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ ਜਿਹੜੇ ਆਲਰੇਡੀ ਨਸ਼ਾ ਕਰ ਰਹੇ ਨੇ ਇਸ ਵਕਤ? ਮੈਡਮ ਉਹ ਛੱਡ ਸਕਦੇ ਨੇ ਜੀ, ਐਡੀ ਕੋਈ ਗੱਲ ਨਹੀਂ। ਆਪਦਾ ਦਿਮਾਗ ਨਾਲ ਸੋਚਣ ਤੇ ਫੀਮ ਭੁੱਕੀ ਵਰਗਾ ਨਸ਼ਾ ਹੀ ਜਿਵੇਂ ਜਾਂ ਦਵਾਈ ਲੈ ਕੇ ਛੱਡ ਸਕਦੇ ਨੇ। ਇਹੋ ਜੀ ਕੋਈ ਗੱਲ ਨਹੀਂ। ਮੈਂ ਸਾਰੇ ਨਸ਼ੇ ਕਰੇ ਨੇ ਜੀ, ਇਹੋ ਜਿਹਾ ਕੋਈ ਨਸ਼ਾ ਹੀ ਨਹੀਂ ਹੈਗਾ ਜਿਹੜਾ ਮੈਂ ਕਰਿਆ ਨਹੀਂ ਜੀ, ਸਾਰੇ ਕਰੇ ਨੇ ਜੀ। ਤੇ ਛੱਡਿਆ ਕਿਵੇਂ ਫਿਰ ਤੁਸੀਂ? ਛੱਡਿਆ ਮੈਡਮ ਮੈਂ ਦਵਾਈ ਨਾਲ ਛੱਡਿਆ ਜੀ, ਆਪਦੇ ਮਨ ਨਾਲ ਤੇ ਜੀਵ ਵਾਲੀ ਦਵਾਈ ਨਾਲ। ਜੀ ਬਿਲਕੁਲ, ਬਹੁਤ ਵਧੀਆ ਲੱਗਿਆ ਇਹਨਾਂ ਦੇ ਨਾਲ ਗੱਲ ਕਰਕੇ ਕਿ ਪਹਿਲਾਂ ਇਹ ਨਸ਼ਿਆਂ ਦੇ ਆਦੀ ਸੀ, ਹੁਣ ਉਸ ਦਲਦਲ ਦੇ ਵਿੱਚੋਂ ਨਿਕਲ ਚੁੱਕੇ ਨੇ, ਪੂਰੀ ਤਰ੍ਹਾਂ ਨਸ਼ੇ ਛੱਡ ਚੁੱਕੇ ਨੇ ਤੇ ਆਉਣ ਵਾਲੇ ਯੂਥ ਨੂੰ ਵੀ ਤੇ ਜਿਹੜੇ ਯੂਥ ਆਲਰੇਡੀ ਨਸ਼ਾ ਕਰ ਰਹੇ ਨੇ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦੇ ਨੇ ਕਿ ਆਪਣੀ ਵਿਲ ਪਾਵਰ ਨੂੰ ਸਟਰੋਂਗ ਕਰਨਾ ਪੈਂਦਾ ਹੈ। ਇਸ ਨਸ਼ੇ ਨੂੰ ਛੱਡਣ ਲਈ ਆਪਣਾ ਮਨ ਬਣਾਉਣਾ ਪੈਂਦਾ ਹੈ। ਅਗਰ ਕਿਸੇ ਵੀ ਇਨਸਾਨ, ਕੋਈ ਵੀ ਇਨਸਾਨ ਨਸ਼ੇ ਦਾ ਆਦੀ ਹੈ, ਉਸ ਤੋਂ ਘ੍ਰਿਣਾ ਕਰਨ ਦੀ ਬਜਾਏ ਉਸ ਨੂੰ ਪਿਆਰ ਨਾਲ ਸਮਝਾਓ, ਉਸ ਦਾ ਮਨ ਪੱਕਾ ਕਰੋ, ਉਸ ਦਾ ਦਿਮਾਗ ਪੱਕਾ ਕਰੋ, ਤਾਂ ਜੋ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ, ਜਿਵੇਂ ਅੱਜ ਇਹ ਯੂਥ ਨਸ਼ਿਆਂ ਦੀ ਦਲਦਲ ਵਿੱਚੋਂ ਨਿਕਲ ਕੇ ਇਹਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਆਪਣੇ ਹੱਕ ਦੇ ਲਈ ਕਿਵੇਂ ਫਾਈਟ ਕਰਨੀ ਹੈ। ਅੱਜ ਇਹ ਕੁੰਡਲੀ ਬਾਰਡਰ ਦੇ ਉੱਤੇ ਕਿਸਾਨਾਂ ਦੇ ਮੋਰਚੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਖੜਾ ਹੈ। ਸੋ ਖੁਸ਼ੀ ਹੁੰਦੀ ਹੈ ਤੁਹਾਡੇ ਵਰਗੇ ਨੌਜਵਾਨਾਂ ਨੂੰ ਦੇਖ ਕੇ ਜਿਹੜੇ ਇੱਕ ਨਰਕ ਦੇ ਜ਼ਿੰਦਗੀ ਚੋਂ ਨਿਕਲ ਕੇ, ਦਲਦਲ ਦੇ ਵਿੱਚੋਂ ਨਿਕਲ ਕੇ ਇੱਕ ਸਵਰਗ ਵਾਲੀ ਜ਼ਿੰਦਗੀ ਬਤੀਤ ਕਰ ਰਹੇ ਨੇ। ਸੋ ਉਮੀਦ ਕਰਦੇ ਹਾਂ ਤੁਸੀਂ ਆਉਣ ਵਾਲੇ ਟਾਈਮ ਵਿੱਚ ਵੀ ਐਵੇਂ ਹੀ ਬਾਕੀ ਲੋਕਾਂ ਲਈ ਵੀ ਮਿਸਾਲ ਬਣ ਕੇ ਖੜੇ ਹੋਵੋ। ਥੈਂਕ ਯੂ। ਹਾਂਜੀ ਸਰ, ਤੁਸੀਂ ਖਸਖਸ ਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਹਾਂਜੀ ਮੈਮ, ਦੇਖੋ ਮੇਰਾ ਗੁਰਪ੍ਰੀਤ ਬਿੱਲਾ ਨਾਮ ਆ, ਸਿੰਗਰ ਆ ਮੈਂ। ਨਸ਼ਾ ਕੋਈ ਵੀ ਚੰਗਾ ਨਹੀਂ ਹੁੰਦਾ, ਨਸ਼ੇ ਸਾਡੇ ਸਮਾਜ ਲਈ ਮਾੜੇ ਹੁੰਦੇ ਨੇ, ਹਨਾ, ਠੀਕ ਆ। ਪਰ ਤੁਸੀਂ ਇਹ ਦੇਖੋ ਜਿਹੜੇ ਕੈਮੀਕਲ ਨਸ਼ੇ ਨੇ ਨਾ, ਕੈਮੀਕਲ ਨਸ਼ੇ ਦੇ ਨਾਲ ਮਹੀਨਾ 2 ਮਹੀਨੇ ਘਰ ਦੀ ਬਰਬਾਦੀ, ਪੈਸੇ ਦੀ ਬਰਬਾਦੀ, ਪੁੱਤ ਚਲੇ ਜਾਂਦੇ ਨੇ। ਪਰ ਜਿਹੜੇ ਆਪਾਂ ਜਿਨ੍ਹਾਂ ਨੂੰ ਕਹਿ ਦਿੰਦੇ ਆ ਵੀ ਅਫੀਮ ਜਾਂ ਡੋਡੇ ਨੇ, ਇਹ ਸਾਡੇ ਆਦਿ ਕਾਲ ਤੋਂ ਲੈ ਕੇ ਨਾ ਇਹਨੂੰ ਪੇਨ ਕਿਲਰ ਦੇ ਤੌਰ ਤੇ ਵਰਤਦੇ ਸੀਗੇ। ਜਦੋਂ ਮਹਾਰਾਜਾ ਰਣਜੀਤ ਸਿੰਘ ਹੋਣੀ ਹੁੰਦੇ ਸੀ ਉਦੋਂ ਵੀ ਇਹਦਾ ਸੇਵਨ ਹੁੰਦਾ ਸੀਗਾ ਪੇਨ ਕਿਲਰ ਦੇ ਤੌਰ ਤੇ। ਹੁਣ ਵੀ ਤੁਸੀਂ ਦੇਖ ਲਓ, ਕੋਈ ਜੇ ਪੇਨ ਕਿਲਰ ਤੌਰ ਤੇ ਲੈਂਦਾ ਸਭ ਤੋਂ ਬੈਟਰ ਹੈ, ਜੇ ਉਹਨੂੰ ਆਦੀ ਹੁੰਦਾ ਤਾਂ ਉਹ ਬਹੁਤ ਮਾੜੀ ਗੱਲ ਆ। ਵੀ ਨਸ਼ਿਆਂ ਨਾਲ ਤਾਂ ਸਾਡਾ ਪੰਜਾਬ ਪਹਿਲਾਂ ਹੀ ਖਤਮ ਹੋਇਆ ਪਿਆ। ਜੇ ਤੁਸੀਂ ਹੋਰ ਦੇਖੋ, ਸ਼ਰਾਬ ਹੈ ਜਿਹੜੀ, ਸ਼ਰਾਬ ਵੀ ਤਾਂ ਨਸ਼ਾ, ਉਹਦੇ ਠੇਕੇ ਖੋਲੇ ਹੋਏ ਨੇ ਥਾਂ ਤੇ। ਇਹਦੇ ਖਸ ਦੇ ਠੇਕੇ ਕਿਉਂ ਨਹੀਂ ਖੋਲ ਸਕਦੇ? ਕਿਉਂਕਿ ਕਿਸਾਨ ਨੂੰ ਆਮਦਨ ਹੋ ਜੂ। ਜੇ ਆਮਦਨ ਹੋ ਗਈ ਕਿਸਾਨ ਸਾਡਾ ਬਰਾਬਰ ਖੜ ਜੂਗਾ ਤਾਂ ਸਾਡਾ ਹੱਕ ਮੰਗੂਗਾ। ਬਸ ਉਹ ਤਾਂ ਕਹਿੰਦੇ ਨੇ ਵੀ ਇਹ ਦਬਾ ਕੇ ਰੱਖਣਾ ਸੀ ਕਿਸਾਨ ਨੂੰ। ਆ ਤੁਸੀਂ ਸਾਹਮਣੇ ਦੇਖ ਹੀ ਰਹੇ ਹੋ ਵੀ ਸਾਨੂੰ ਤਾਂ ਆਪਣੀਆਂ ਜ਼ਮੀਨਾਂ ਉਹ ਲੈਣ ਨੂੰ ਫਿਰਦੇ ਨੇ, ਖਸਖਾਸ ਦੀ ਸਾਨੂੰ ਇਜਾਜ਼ਤ ਕਿੱਥੋਂ ਦੇ ਦੇਣਗੇ? ਬਹੁਤ ਲੰਬੀ ਲੜਾਈ ਲੜ ਰਹੇ ਨੇ ਵੀਰੋ ਨਹੀਂ ਖਸਖਾਸ ਦੀ ਖੇਤੀ ਦੀ। ਪਰ ਇਹਦੇ ਵਰਗਾ ਮੈਂ ਕਹਿੰਦਾ ਵੀ ਜਿੰਨੀਆਂ ਵੀ ਫਸਲਾਂ ਵੇਚਦਾ ਨਾ, ਸਾਰੀਆਂ ਫਸਲਾਂ ਨਾਲੋਂ ਵੱਧ ਲਾਹੇਵੰਦ ਫਾਇਦਾ ਖਸਖਾਸ ਦੀ ਖੇਤੀ। ਇੱਕ ਏਕੜ ਚੋਂ 20 ਲੱਖ ਦੇ ਕਰੀਬ ਜੀ ਇਹਦੇ ਵਿੱਚੋਂ ਹੋਊ। ਇੱਕ ਬਿੱਗੇ ਚੋਂ 10 ਕਿਲੋ, ਐਮਪੀ ਵਾਲਿਆਂ ਤੋਂ ਸੁਣ ਰਹੇ ਹਾਂ ਗੱਲਾਂ, ਉੱਥੇ ਦੇਖ ਕੇ ਸਾਰਾ ਕੁਛ। ਇੱਕ ਬਿੱਗੇ ਚੋਂ 10 ਕਿਲੋ ਤੇ ਏਕੜ ਚੋਂ 50 ਕਿਲੋ ਹੁੰਦੀ ਹੈ। 40,000 ਨੂੰ ਗੌਰਮੈਂਟ ਸਾਤੋਂ ਖਰੀਦੂ ਤਾਂ ਉਹ 20 ਲੱਖ ਦੇ ਕਰੀਬ ਸਾਨੂੰ ਏਕੜ ਚੋਂ ਖਰਚਾ ਕੋਈ ਨਹੀਂ ਇਹਦੇ ਤੇ ਜੀ। ਖਸਖਸ 1000 ਰੁਪਏ ਦੀ ਕਿਲੋ, ਉਹਦੇ ਨਾਲ 2 ਏਕੜ ਬੀਜੇ ਜਾਂਦੇ ਆ। ਹੁਣ ਉਸ ਤੋਂ ਵੱਧ ਆ ਰਹੀ ਆ ਨਸ਼ਾ, ਹੁਣ ਬਾਹਰਲੀਆਂ ਸਟੇਟਾਂ ਤੋਂ ਉਸ ਤੋਂ ਵੱਧ ਆ ਰਿਹਾ। ਹੁਣ ਜੇ ਵੱਧ ਆ ਰਿਹਾ ਉਹਨੂੰ ਪੁਲਿਸ ਵਾਲੇ ਫੜਦੇ ਨੇ ਤਾਂ ਪੁਲਿਸ ਵਾਲਿਆਂ ਦੀ ਦੁਕਾਨਦਾਰੀ ਚੱਲਦੀ ਆ, ਕੇਸ ਪੈਂਦੇ ਨੇ। ਜੇ ਉਹ ਆਪਣੇ ਇੱਥੇ ਹੋਊਗਾ, ਮੈਂ ਕਹਿੰਦਾ ਕ੍ਰਾਈਮ ਹੀ ਖਤਮ ਹੋ ਜਾਣਾ। ਕ੍ਰਾਈਮ ਬਿਲਕੁਲ ਨਹੀਂ ਹੋਣਾ। ਹੁਣ ਕ੍ਰਾਈਮ ਇਹ ਉਹ ਤੋਂ ਫੜ ਲਿਆ ਧੱਕੇ ਨਾਲ ਕੇਸ ਪਾ ਕੇ ਮਾਰੋ ਅੰਦਰ, ਚਾਲ ਜੀ ਸੜੀ ਜਾਂਦਾ। ਇਸ ਕਰਕੇ ਫਿਰ ਜਾਂ ਤਾਂ ਸ਼ਰਾਬ ਦੇ ਠੇਕੇ ਬੰਦ ਕਰ ਦੇਣ, ਉਹ ਤੋਂ ਆ ਰਹੀ ਆ, ਉਹਨਾਂ ਨੂੰ ਆਮਦਨ ਆ ਰਹੀ ਆ। ਕਹਿੰਦੇ ਜੀਡੀਪੀ ਗਰੋਥ ਗਿਰ ਗਈ ਜੀ, ਫਲਾਣਾ ਗਿਰ ਗਿਆ ਜੀ। ਜਦ ਤੁਸੀਂ ਕਿਸਾਨ ਦਾ ਗਲਾ ਕੁੱਟੋਗੇ, ਜੀਡੀਪੀ ਗਰੋਥ ਤਾਂ ਗਿਰੂ। ਕੱਲਾ ਹੀ ਤਾਂ ਤੁਹਾਨੂੰ ਸੂਬਾ ਕਮਾ ਕੇ ਦੇਣ ਵਾਲਾ।
ਜੀ ਬਿਲਕੁਲ, ਜਿਵੇਂ ਕਿ ਇਸ ਵਕਤ ਇਹਨਾਂ ਦਾ ਜਿਹੜਾ ਮੁੱਦਾ ਹੈ ਉਹਨੂੰ ਉੱਪਰ ਚੱਕਣ ਦਾ ਬੜਾ ਹੀ ਵਧੀਆ ਸੁਨਹਿਰੀ ਮੌਕਾ ਹੈ, ਕਿਉਂਕਿ ਸਰਕਾਰ ਕੁਛ ਨਾ ਕੁਛ ਡਿਸੀਜਨ ਜ਼ਰੂਰ ਲਏਗੀ, ਜਾਂ ਤਾਂ ਉਸ ਬਿੱਲ ਨੂੰ ਉਹ ਸ਼ੋਧ ਕਰੇਗੀ ਜਾਂ ਫਿਰ ਕੈਂਸਲ ਕਰੇਗੀ। ਤੇ ਮੈਨੂੰ ਇਹ ਲੱਗਦਾ ਹੈ ਕਿ ਇਸ ਵਕਤ ਅਗਰ ਇਹ ਨਸ਼ਿਆਂ ਦੇ ਬਾਰੇ ਵਿੱਚ ਵੀ ਇਹ ਮੁੱਦਾ ਚੁੱਕਿਆ ਜਾਵੇ, ਜਿਵੇਂ ਖਸਖਸ ਨੂੰ ਲੈ ਕੇ ਇਹਨਾਂ ਨੇ ਡਿਮਾਂਡ ਕੀਤੀ ਹੈ ਕਿ ਸਾਨੂੰ ਖਸਖਸ ਦੀ ਖੇਤੀ ਕਰਨ ਦੀ ਇਜਾਜ਼ਤ ਕੀਤੀ ਜਾਵੇ, ਤਾਂ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਕਿਸਾਨ ਦਾ ਯੂਥ ਵੀ ਬਚ ਸਕੇਗਾ ਤੇ ਪੰਜਾਬ ਤੋਂ ਤੇ ਆਲ ਇੰਡੀਆ ਨੂੰ ਵੀ ਇਸ ਚੀਜ਼ ਦਾ ਫਾਇਦਾ ਹੋਵੇਗਾ। ਮੈਂ ਤੁਹਾਡੀ ਸਰ ਲਾਸਟ ਕੁਐਸਚਨ ਹੈ ਮੇਰਾ ਤੁਹਾਨੂੰ। ਓਕੇ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਬਿੱਕਰ ਸਿੰਘ ਆ ਜੀ। ਮੈਂ ਡਿਸਟ੍ਰਿਕਟ ਲੁਧਿਆਣਾ ਤਹਿਸੀਲ ਪੈਲ ਤੋਂ ਆਇਆ, ਜਿੱਥੇ ਅੱਜ ਅਸੀਂ ਖੇਤੀ ਕਾਨੂੰਨਾਂ ਦੇ ਇਹ ਕਾਲੇ ਕਾਨੂੰਨ ਜੋ ਮੋਦੀ ਸਰਕਾਰ ਨੇ ਬਣਾਏ ਨੇ ਉਹਨੂੰ ਅਸੀਂ ਵਾਪਸ ਕਰਾਉਣ ਲਈ ਆਏ ਆ। ਉੱਥੇ ਨਾਲ ਦੀ ਨਾਲ ਜਿਹੜਾ ਅਸੀਂ ਅੱਜ ਬੈਨਰ ਲੈ ਕੇ ਸੰਘਰਸ਼ ਕਰ ਰਹੇ ਹਾਂ, ਜਿੱਥੇ ਸਾਡੀ ਨੌਜਵਾਨੀ ਅੱਜ ਨਸ਼ਿਆਂ ਵੱਲ ਨੂੰ ਇਹ ਪਹਿਲਾਂ ਪੰਜਾਬ ਜਿਹੜੀ ਭਾਜਪਾ ਸਰਕਾਰ ਸੀ ਪੰਜਾਬ ਨੂੰ ਭੰਡ ਰਹੀ ਸੀ ਇਸ ਗੱਲ ਤੋਂ ਵੀ ਜਿਹੜੇ ਪੰਜਾਬ ਦੇ ਲੋਕ ਨੇ ਉਹ ਬੜੇ ਲੇਜੀ ਨੇ, ਨਸ਼ਈ ਨੇ। ਅੱਜ ਅਸੀਂ ਇਹਨਾਂ ਨੂੰ ਭਾਜਪਾ ਸਰਕਾਰ ਨੂੰ ਜਿੱਥੇ ਅੱਜ ਦੱਸਦੇ ਇਹਦੀ ਕੰਨਾਂ ਦੇ ਵਿੱਚ ਰੂੰ ਦਿੱਤੀ ਹੋਈ ਕੱਢਤੀ, ਇਹਨੂੰ ਨੀਂਦ ਤੋਂ ਜਗਾਤਾ ਅਸੀਂ। ਅੱਜ ਉਹਦੇ ਨਾਲ ਨਾਲ ਜਿੱਥੇ ਅਸੀਂ ਕਾਨੂੰਨੀ ਹੱਕ ਆਪਦੇ ਵਾਪਸ ਕਰਾਉਣ ਲਈ ਆਏ ਹਾਂ, ਉੱਥੇ ਕਿ ਅਸੀਂ ਨਵਾਂ ਸੁਨੇਹਾ ਲੈ ਕੇ ਵੀ ਆਏ ਹਾਂ ਵੀ ਜਿੱਥੇ ਸਾਡੀ ਨੌਜਵਾਨੀ ਸਾਡੇ ਜਿਹੜੇ ਡਰੱਗ ਦੇ ਉਹ ਸੇਵਨ ਕਰਦੇ ਨੇ, ਜਿਵੇਂ ਚਿੱਟਾ ਹੈਗੀ, ਸਮੈਕ ਆ ਜਾਂ ਹੋਰ ਆ, ਉਹਦੇ ਨਾਲ ਜਿਹੜੇ ਸਾਡੇ ਪੁਰਾਣੇ ਪੁਰਸ਼ਾਂ ਤੋਂ ਇੱਕ ਨਸ਼ਾ ਚੱਲਿਆ ਆਉਂਦਾ ਸੀ ਖਸਖਸ ਦਾ, ਜਾਂ ਅਸੀਂ ਅਫੀਮ ਦਾ ਨਸ਼ਾ ਕਹਿੰਦੇ ਸੀ, ਉਹ ਅੱਜ ਜੇ ਆਪਾਂ ਦੇਖੀਏ ਤਾਂ ਮੈਡੀਕਲ ਦੇ ਵਿੱਚ ਵੀ ਉਹ ਨਸ਼ਾ ਜਿਹੜਾ ਪੈਂਦਾ, ਉਹ ਨਸ਼ਾ ਕਰਨ ਦੇ ਨਾਲ ਬੰਦੇ ਨੂੰ ਕੰਮ ਕਰਨ 'ਚ ਵੀ ਦਲੇਰੀ ਰਹਿੰਦੀ ਆ। ਕੋਈ ਮੈਂ ਸਮਝਦਾ ਵੀ ਜਿਹੜਾ ਸਰੀਰਕ ਇਫੈਕਟ ਵੀ ਉਹਨੂੰ ਪੈਂਦਾ ਨਹੀਂ। ਅਸੀਂ ਨਾਲ ਦੀ ਨਾਲ ਇਸ ਕਾਲੇ ਕਾਨੂੰਨਾਂ ਨੂੰ ਵਾਪਸ ਕਰਾਉਣ ਜਿੱਥੇ ਆਏ ਹਾਂ, ਅੱਜ ਅਸੀਂ ਇਹ ਭਾਜਪਾ ਸਰਕਾਰ ਤੋਂ ਮੰਗ ਵੀ ਕਰਦੇ ਹਾਂ ਕਿ ਜਿਹੜੀ ਖਸਖਸ ਦੀ ਖੇਤੀ ਆ ਉਹ ਪੰਜਾਬ ਦੇ ਵਿੱਚ ਲਾਗੂ ਕੀਤੀ ਜਾਵੇ। ਮੈਂ ਤੁਹਾਡਾ ਵਿਸ਼ੇਸ਼ ਤੌਰ ਤੇ ਇੱਥੇ ਧੰਨਵਾਦ ਕਰਦਾ, ਤੁਸੀਂ ਜਿਹੜੀ ਹਲਚਲ ਟੀਵੀ ਤੁਸੀਂ ਕੈਨੇਡਾ ਤੋਂ ਆਏ ਹੋ, ਕਿਉਂਕਿ ਤੁਹਾਡਾ ਵੀ ਮੈਂ ਸਮਝਦਾ ਉੱਡਾ ਹੀ ਇੱਕ ਕਿਸਾਨੀ ਸੰਘਰਸ਼ ਦੇ ਵਿੱਚ, ਕਿਸਾਨ ਮੋਰਚੇ ਦੇ ਵਿੱਚ ਜੋ ਅੱਜ ਐਜੀਟੇਸ਼ਨ ਚੱਲ ਰਿਹਾ ਪੰਜਾਬ ਇੱਥੇ ਦਿੱਲੀ ਦੇ ਵਿੱਚ, ਪੂਰੇ ਮੈਂ ਸਮਝਦਾ ਆ ਜਿਹੜਾ ਕਿਸਾਨਾਂ ਦਾ ਅੰਦੋਲਨ ਆ ਪੂਰੇ ਭਾਰਤ ਦਾ ਹੀ ਚੱਲ ਰਿਹਾ। ਪਹਿਲਾਂ ਲਹਿਰ ਜਿਹੜੀ ਪੰਜਾਬ 'ਚੋਂ ਪੈਦਾ ਹੋਈ, ਉੱਥੇ ਕੇਰਲਾ ਤੋਂ ਆਏ, ਅੱਜ ਸਾਡੀ ਮੀਟਿੰਗ ਵੀ ਹੋਈ, ਅਸੀਂ ਨਾਅਰੇਬਾਜ਼ੀ ਦੇ ਵਿੱਚ ਸ਼ਾਮਲ ਵੀ ਹੋਏ। ਸਾਡੀਆਂ ਨੌਜਵਾਨ ਬੀਬੀਆਂ ਤੁਹਾਡੇ ਵਰਗੀਆਂ, ਸਾਡੀਆਂ ਬੇਟੀਆਂ, ਸਾਡੀਆਂ ਕੁੜੀਆਂ, ਸਾਡੀਆਂ ਮਾਤਾਵਾਂ ਭੈਣਾਂ, ਸਟੂਡੈਂਟ ਜਿਹੜੇ ਮੱਧ ਪ੍ਰਦੇਸ਼ ਤੋਂ ਅੱਜ ਕਿਸਾਨੀ ਸੰਘਰਸ਼ ਨੂੰ ਅੱਜ ਹੁਲਾਰਾ ਦੇਣ ਲਈ ਉਹ ਆਏ, ਉਹਨਾਂ ਨੇ ਵੀ ਇਸ ਚੀਜ਼ ਦੀਆਂ ਮੰਗਾਂ ਡਿਮਾਂਡ ਰੱਖੀਆਂ ਵੀ ਜਿੱਥੇ ਕਾਲੇ ਕਾਨੂੰਨ ਵਾਪਸ ਅੱਜ ਅਸੀਂ ਕਰਾਉਣ ਲਈ ਆਏ ਹਾਂ, ਉਹ ਸਾਨੂੰ ਵੀ ਕੁਛ ਨਾ ਕੁਛ ਸਾਡੀ ਜ਼ਮੀਨ ਦੇ ਵਿੱਚੋਂ ਉਹਨੂੰ ਡਿਵਾਈਡ ਕਰਕੇ ਕੁਛ ਨਾ ਕੁਛ ਸਾਨੂੰ ਜਿਹੜੀ ਖਸਖਸ ਦੀ ਖੇਤੀ ਆ ਉਹ ਕੀਤੀ ਜਾਵੇ। ਜਿੱਥੇ ਸਾਡੀ ਨੌਜਵਾਨੀ ਜਿਹੜੇ ਨਸ਼ੇ ਨੇ ਜਿਵੇਂ ਚਿੱਟਾ, ਸਮੈਕ ਆ ਜਾਂ ਹੋਰ ਹੀਰੋਇਨ ਵਗੈਰਾ, ਉਹਨੂੰ ਛੱਡ ਕੇ ਇਹ ਸਾਡੀ ਖਸਖਸ ਦੀ ਖੇਤੀ ਨਾਲ ਤਾਂ ਸਾਡਾ ਇਨਕਮ ਦੇ ਵਿੱਚ ਵਾਧਾ ਹੋਊਗਾ। ਦੂਸਰੇ ਨੰਬਰ ਤੇ ਇਹਨੂੰ ਖਾ ਕੇ ਮੈਂ ਸਮਝਦਾ ਜਿਹੜਾ ਸਰੀਰਕ ਇਫੈਕਟ ਨਹੀਂ ਕੋਈ ਪੈਂਦਾ। ਨੌਜਵਾਨ ਜਾਂ ਸਾਡੇ ਬਜ਼ੁਰਗ ਪਹਿਲਾਂ ਖਾਂਦੇ ਆਏ ਨੇ, ਉਸੇ ਪਰੰਪਰਾ ਨੂੰ ਕਾਇਮ ਰੱਖ ਕੇ ਸਾਡੀ ਅੱਜ ਇਹ ਵੀ ਅਸੀਂ ਡਿਮਾਂਡ ਕਰਦੇ ਹਾਂ ਵੀ ਨਾਲ ਸਾਨੂੰ ਇਹ ਖਸਖਸ ਦੀ ਖੇਤੀ ਵੀ ਜਿਹੜੀ ਇਹ ਸਾਡੀ ਕੇਂਦਰ ਦੀ ਸਰਕਾਰ ਆ ਉਹ ਵੀ ਸਾਨੂੰ ਇਹ ਸਿਕਿਉਰਿਟੀ ਦੇਵੇ ਵੀ ਤੁਸੀਂ ਖਸਖਸ ਦੀ ਖੇਤੀ ਵੀ ਕਰ ਸਕੋ। ਤੁਹਾਡਾ ਫੇਰ ਮੈਂ ਆਪਣੇ ਵੱਲੋਂ ਪੂਰੇ ਲੁਧਿਆਣੇ ਦੀ ਟੀਮ ਵੱਲੋਂ ਖਾਸ ਤੌਰ ਤੇ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ। ਹਰ ਤੁਸੀਂ ਜਿਹੜੀ ਖਬਰ ਸਾਡੀ ਨਿਊਜ਼ ਤੇ ਚੱਲਦੀ ਆ, ਖਾਸ ਕਰਕੇ ਮੈਂ ਧੰਨਵਾਦ ਕਰਦਾ। ਜਿਸ ਤਰ੍ਹਾਂ ਮੈਨੂੰ ਵੀ ਕੈਨੇਡਾ ਜਾਣ ਦਾ ਮੌਕਾ ਲੱਗਿਆ, ਮੈਂ ਸਰੀ, ਸਸਕੈਚਵਿਨ ਜਾਂ ਉੱਧਰ ਐਸਫੋਰਡ, ਚਲੋ ਸਾਰੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਮੈਂ ਘੁੰਮਿਆ। ਜਿਹੜੀ ਪੰਜਾਬ ਦੇ ਵਿੱਚ ਜਾਂ ਸਾਡੇ ਹਿੰਦੁਸਤਾਨ ਦੇ ਵਿੱਚ ਬੜੀ ਲੇਟੈਸਟ ਖਬਰ ਹੁੰਦੀ ਆ, ਚਾਹੇ ਸਾਨੂੰ ਇੰਡੀਆ 'ਚ ਨਹੀਂ ਲੱਭਦੀ ਪਰ ਕੈਨੇਡਾ ਦੇ ਵਿੱਚ ਸਾਨੂੰ ਪਹਿਲੇ ਨੰਬਰ ਤੇ ਮਿਲਦੀ ਆ। ਮੈਂ ਤੁਹਾਡਾ ਇਸ ਜ਼ਰੀਏ ਇਸ ਗੱਲ ਦੇ ਧੰਨਵਾਦ ਕਰਦਾ, ਕਿਉਂਕਿ ਅੱਜ ਸਾਡੀਆਂ ਉੱਥੋਂ ਜਿਹੜੀਆਂ ਬਾਹਰਲੀਆਂ ਫੋਰਨ ਕੰਟਰੀਆਂ ਨੇ, ਅੱਜ ਇਹ ਮੈਨੂੰ ਕੈਨੇਡਾ ਤੋਂ ਫੋਨ ਆਇਆ। ਐਡਮਿੰਟਨ ਦੇ ਵਿੱਚ ਕੱਲ ਬਹੁਤ ਵੱਡਾ ਜਿਹੜਾ ਐਜੀਟੇਸ਼ਨ ਉੱਥੇ ਸਾਡੇ ਰਹਿੰਦੇ ਪੰਜਾਬੀਆਂ ਨੇ ਕੀਤਾ, ਉਹਨਾਂ ਦਾ ਵੀ ਮੈਂ ਤੁਹਾਡੇ ਜ਼ਰੀਏ ਧੰਨਵਾਦ ਕਰਦਾ। ਸਾਡੇ ਬਹੁਤ ਸਾਰੇ ਰਿਸ਼ਤੇਦਾਰ, ਸਾਡੇ ਦੋਸਤ ਮਿੱਤਰ ਐਡਮਿੰਟਨ ਦੇ ਵਿੱਚ ਵੀ ਰਹਿੰਦੇ ਨੇ, USA ਵਿੱਚ ਵੀ ਰਹਿੰਦੇ ਨੇ, ਉਹ ਵੀ ਅੱਜ ਬੜਾ ਸਾਡੇ ਕਾਂਗਰਸੀ ਜਿਹੜੇ ਆਪਣਾ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ ਉਹਦੇ ਵਿੱਚ ਸ਼ਾਮਲ ਹੋ ਕੇ, ਚਾਹੇ ਉਹ ਫੋਰਨ ਤੋਂ ਨੇ, ਚਾਹੇ ਉਹ ਇੰਡੀਆ ਤੋਂ ਨੇ, ਚਾਹੇ ਪੰਜਾਬ ਤੋਂ ਨੇ, ਕੇਰਲਾ ਤੋਂ ਨੇ, ਮੱਧ ਪ੍ਰਦੇਸ਼ ਤੋਂ ਨੇ, ਕੈਲਕੱਤਾ ਤੋਂ ਨੇ, ਉਹਨਾਂ ਦਾ ਸਾਰੀਆਂ ਕੰਟਰੀਆਂ ਦਾ ਤੁਹਾਡੇ ਜ਼ਰੀਏ ਧੰਨਵਾਦ ਕਰਦਾ। ਦੁਬਾਰਾ ਫੇਰ ਤੁਹਾਡਾ ਵਿਸ਼ੇਸ਼ ਤੌਰ ਤੇ ਤੁਸੀਂ ਸਾਡੀ ਸਤਿਕਾਰਯੋਗ ਬੇਟੀ ਹੋ, ਤੁਸੀਂ ਸਾਡੀ ਇਹ ਕਵਰੇਜ ਦੇ ਲਈ ਅੱਜ ਨਿਧੜਕ ਹੋ ਕੇ ਸਾਡੇ ਵਿੱਚ ਵਿਚਰਦੇ ਹੋ। ਤੁਹਾਡਾ ਫੇਰ ਮੈਂ ਬਹੁਤ ਦਿਲ ਦੀਆਂ ਗਹਿਰਾਈਆਂ 'ਚੋਂ ਪੂਰੇ ਡਿਸਟ੍ਰਿਕਟ ਲੁਧਿਆਣੇ ਵੱਲੋਂ ਧੰਨਵਾਦ ਕਰਦਾ। ਤੁਹਾਨੂੰ ਸਾਡੀਆਂ ਗੁੱਡ ਵਿਸ਼ੇਜ ਨੇ, ਤੁਸੀਂ ਇੱਕ ਨੇ ਸਾਡੀ ਸੇਵਾ ਕਰਦੇ ਰਹੋ। ਤੁਸੀਂ ਵੀ ਸਾਡੇ ਸੰਘਰਸ਼ ਦੇ ਵਿੱਚ
ਸਾਡੇ ਇੱਕ ਤੁਸੀਂ ਮੋਢੇ ਨਾਲ ਮੋਢਾ ਲਾ ਕੇ ਜਿਹੜਾ ਤੁਰਦੇ ਹੋ ਕਿਉਂਕਿ ਤੁਹਾਡਾ ਨੈਸ਼ਨਲ ਬਹੁਤ ਮੀਡੀਆ ਤੋਂ ਤਾਂ ਸਾਨੂੰ ਉਮੀਦ ਹੈ ਨਹੀਂ, ਨੈਸ਼ਨਲ ਮੀਡੀਆ ਤੋਂ ਤਾਂ ਸਾਨੂੰ 0% -, 0% ਉਮੀਦ ਆ। ਜੇ ਸਾਡੀ ਆਸ ਤੇ ਉਮੀਦ ਹੋ ਤਾਂ ਤੁਸੀਂ ਹੋ, ਤੁਸੀਂ ਲੋਕ ਜੇ ਗੱਲ ਪਹੁੰਚਾਵੋਗੇ ਤਾਂ ਸਾਨੂੰ ਇਹ ਵਧੀਆ ਪਲੇਟਫਾਰਮ ਮਿਲ ਸਕਦਾ, ਸਾਡੀ ਗੱਲ ਉਹਨਾਂ ਤੱਕ ਪਹੁੰਚ ਸਕਦੀ ਆ, ਵਰਨਾ ਅਸੀਂ ਫਿਰ ਇੱਥੇ ਸੜਕਾਂ ਤੇ ਰੁਲਦੇ ਹਾਂ। ਜੀ ਬਿਲਕੁਲ ਸਰ, ਮੈਂ ਤੁਹਾਨੂੰ ਪੁੱਛਣਾ ਚਾਹੂੰਗੀ ਤੁਸੀਂ ਕੈਨੇਡਾ ਕਿੰਨਾ ਟਾਈਮ ਸਟੇ ਕਰਕੇ ਆਏ ਹੋ? ਮੈਂ ਤਕਰੀਬਨ ਘੁੰਮਿਆ ਤਾਂ ਥੋੜਾ ਹੀ, ਪਰ ਰਿਹਾ ਮੈਂ ਥੋੜਾ ਚਿਰ, ਪਰ ਮੈਂ ਜਿਹੜੀ ਪੂਰੀ ਬ੍ਰਿਟਿਸ਼ ਕੋਲੰਬੀਆ ਜਿਹੜੀ ਘੁੰਮੀ, ਮੇਰੇ ਉੱਥੇ ਬੜੇ ਯਾਰ ਦੋਸਤ ਨੇ ਮੈਨੂੰ ਬੜਾ ਮਾਣ ਇੱਜ਼ਤ ਦਿੱਤਾ। ਮੈਂ ਤਕਰੀਬਨ 4 ਮਹੀਨੇ ਉੱਥੇ ਠਹਿਰ ਕੇ ਆਇਆ। ਮੈਂ ਉੱਥੇ ਫਾਰਮਿੰਗ ਦੀ ਵੀ ਕੀਤੀ, ਮੈਂ ਬੇਰੀਆਂ ਦੇ ਵਿੱਚ ਵੀ ਟਰੈਕਟਰ ਵੀ ਚਲਾਇਆ, ਉੱਥੇ ਘੁੰਮਿਆ ਫਿਰਿਆ ਵੀ। ਮੈਂ ਟਰੱਕਿੰਗ ਦੇ ਵਿੱਚ ਮੇਰੇ ਯਾਰਾਂ ਦੋਸਤਾਂ ਦੇ ਨਾਲ ਮੈਂ ਵਿਜ਼ਿਟ ਕੀਤਾ। ਮੈਨੂੰ ਬੜਾ ਵਧੀਆ ਜਿਹੜਾ ਕੈਨੇਡਾ ਦਾ ਤੁਹਾਡਾ ਉੱਥੋਂ ਜਾ ਕੇ ਜਿਹੜਾ ਹੈਗਾ, ਬੜਾ ਕਲਚਰ ਬਹੁਤ ਵਧੀਆ ਲੱਗਿਆ, ਉੱਥੇ ਦਾ ਵੈਦਰ ਬਹੁਤ ਵਧੀਆ ਲੱਗਿਆ, ਲੋਕਾਂ ਦੀ ਜਿਹੜੀ ਭਾਈਚਾਰਕ ਸਾਂਝ ਆ, ਚਾਹੇ ਅਸੀਂ ਸਮਝਦੇ ਵੀ ਸਾਡੀ ਪੰਜਾਬੀਆਂ ਦੀ ਜਿਹੜੀ ਇੱਥੇ ਵਾਲੀ ਆ, ਇਹਨੂੰ ਉੱਪਰ ਉੱਠ ਕੇ ਸਾਡੀ ਕੈਨੇਡਾ ਦੇ ਵਿੱਚ ਜਿਹੜੀ ਭਾਈਚਾਰਕ ਸਾਂਝ ਆ, ਜਿਹਦੇ ਵੀ ਅਸੀਂ ਮਹਿਮਾਨੀ ਤੌਰ ਤੇ ਅੰਦਰ ਗਏ, ਸਾਨੂੰ ਪੂਰੇ ਪਰਿਵਾਰ ਨੇ ਡਾਈਨਿੰਗ ਟੇਬਲ ਤੇ ਬੈਠ ਕੇ, ਉਹ ਚਾਹੇ ਲੰਚ ਦੀ, ਡਿਨਰ ਦੀ, ਬ੍ਰੇਕਫਾਸਟ ਅਸੀਂ ਕੀਤਾ। ਮੈਨੂੰ ਕੈਨੇਡਾ ਦਾ ਵੀ ਜਿਹੜਾ ਫੋਰਨ ਸਟੇਟ ਆ ਤੁਹਾਡਾ ਬਹੁਤ ਵਧੀਆ ਲੱਗਿਆ। ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਥੈਂਕ ਯੂ। ਜੀ ਬਿਲਕੁਲ, ਤੁਸੀਂ ਤਾਂ ਸਰ ਉਸ ਐਗਜ਼ਾਮਪਲ ਨੂੰ ਸੈੱਟ ਕਰਕੇ ਦਿਖਾ ਦਿੱਤਾ। ਕਹਿੰਦੇ ਨੇ ਕਿ ਲੱਖ ਪਰਦੇਸੀ ਹੋਈਏ ਪਰ ਆਪਣਾ ਦੇਸ਼ ਨਹੀਂ ਭੰਡੀਦਾ। ਤੁਸੀਂ ਚਾਹੁੰਦੇ ਤਾਂ ਕੈਨੇਡਾ ਵਿੱਚ ਹੀ ਸਟੇ ਕਰ ਸਕਦੇ ਸੀ। ਤੁਹਾਨੂੰ ਜਦੋਂ ਪਤਾ ਲੱਗਿਆ ਕਿ ਕਿਸਾਨਾਂ ਦੇ ਹੱਕ ਦੇ ਲਈ ਅੰਦੋਲਨ ਸ਼ੁਰੂ ਹੋ ਗਏ ਨੇ, ਤੁਸੀਂ ਇੰਡੀਆ ਆ ਕੇ ਇਸ ਅੰਦੋਲਨ ਦਾ ਹਿੱਸਾ ਬਣੇ ਹੋ, ਇਹ ਸਾਡੇ ਲਈ ਵੀ ਕਾਫੀ ਮਾਣ ਵਾਲੀ ਗੱਲ ਹੈ। ਤੁਹਾਡੇ ਥਰੂ ਹੀ ਬਾਕੀ ਲੋਕਾਂ ਨੂੰ ਮੋਟੀਵੇਟ ਕੀਤਾ ਜਾ ਸਕਦਾ ਹੈ ਕਿ ਸਿਰਫ ਫੋਰਨ ਕੰਟਰੀ ਦੇ ਵਿੱਚ ਰਹਿਣ ਕਰਕੇ ਹੀ ਤੁਸੀਂ ਇਹ ਸੋਚ ਸਕਦੇ ਸੀ ਕਿ ਮੈਂ ਹੁਣ ਪੰਜਾਬ ਜਾ ਕੇ ਕੀ ਲੈਣਾ, ਮੇਰਾ ਸਭ ਕੁਝ ਇੱਥੇ ਸੈਟਲਡ ਹੈ, ਬਟ ਤੁਸੀਂ ਆ ਕੇ ਆਪਣੇ ਭਾਈਚਾਰੇ ਦੇ ਨਾਲ ਖੜੇ ਹੋ, ਕਿਸਾਨਾਂ ਦੇ ਹੱਕਾਂ ਲਈ ਤੁਸੀਂ ਇੱਥੇ ਲੜ ਰਹੇ ਹੋ। ਮੈਂ ਵੀ ਇਸ ਪੱਖੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ। ਬਹੁਤ ਬਹੁਤ ਥੈਂਕ ਯੂ ਜੀ, ਧੰਨਵਾਦ। ਸਾਡੇ ਧੀਆਂ ਪੁੱਤਰ ਵੀ ਕਹਿੰਦੇ ਨਾ ਜਿਹੜੇ ਉੱਧਰ ਬੈਠੇ ਨੇ ਕੈਨੇਡਾ ਅਮਰੀਕਾ 'ਚ, ਉਹ ਕਹਿੰਦੇ ਵੀ ਸਾਡੇ ਪੰਜਾਬੀ ਸ਼ਬਦ ਆ ਲੂਰੀਆਂ ਉੱਠਦੀਆਂ ਨੇ ਵੀ ਅਸੀਂ ਜਾਈਏ, ਐਜੀਟੇਸ਼ਨ ਦਾ ਹਿੱਸਾ ਬਣੀਏ ਵੀ, ਪਰ ਕਈ ਮਜਬੂਰ ਨੇ ਨਹੀਂ ਆ ਸਕਦੇ, ਪਰ ਫਿਰ ਵੀ ਉਹ 2-2 ਮਹੀਨੇ ਟਿਕਟਾਂ ਅੱਗੋਂ ਕਰਾ ਕੇ ਹੁਣ ਬਹੁਤ ਜਹਾਜ਼ਾਂ ਦੇ ਜਹਾਜ਼ ਭਰ ਕੇ ਆਏ ਨੇ, ਤੇ ਜਿੰਨਿਆਂ ਤੋਂ ਆ ਹੁੰਦਾ ਉਹ ਐਜੀਟੇਸ਼ਨ ਦੇ ਵਿੱਚ ਆ ਰਹੇ ਨੇ। ਸਾਨੂੰ ਨਹੀਂ ਹਾਂਜੀ, ਇੱਕ ਸੈਕਿੰਡ ਸਰ, ਮੈਨੂੰ ਇਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਜਿਵੇਂ ਅਸੀਂ ਅੰਦੋਲਨ ਬਹੁਤ ਵੇਖੇ ਨੇ, ਹਰ ਅੰਦੋਲਨ ਦੇ ਵਿੱਚ ਕਦੇ ਕਿਸੇ ਪਬਲਿਕ ਪ੍ਰਾਪਰਟੀ ਨੂੰ ਡੈਮੇਜ ਕੀਤਾ ਜਾਂਦਾ ਹੈ, ਬੱਸਾਂ ਫੂਕੀਆਂ ਜਾਂਦੇ ਨੇ, ਕਦੇ ਕੁਝ ਕੀਤਾ ਜਾਂਦਾ ਹੈ, ਬਟ ਬੀਇੰਗ ਏ ਪੰਜਾਬੀ ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੁੰਦਾ ਹੈ ਕਿ ਪੰਜਾਬੀਆਂ ਨੇ ਇਹੋ ਜਿਹੀ ਕੋਈ ਵੀ ਚੀਜ਼ ਹਰਕਤ ਨਹੀਂ ਕੀਤੀ ਹੈ। ਸ਼ਾਂਤਮਈ ਢੰਗ ਨਾਲ ਇਹ ਅੰਦੋਲਨ ਜਿਹੜਾ ਅੱਗੇ ਵਧਦਾ ਜਾ ਰਿਹਾ। ਉਮੀਦ ਕਰਦੀ ਹਾਂ ਕਿ ਸਿੱਖਾਂ ਦਾ ਜਿਹੜਾ ਜਾਂ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਦਾ ਜੋ ਵੀ ਇਹ ਅੰਦੋਲਨ ਹੈ, ਇਸ ਨੂੰ ਵਾਹਿਗੁਰੂ ਮਿਸ਼ਨ ਫਤਿਹ ਕਰਾਵੇ। ਖਾਲਸਾ ਨਿਹਾਲੋ ਨਿਹਾਲ ਹੋਵੇ, ਚੜ੍ਹਦੀਆਂ ਕਲਾਂ ਵਿੱਚ ਹੋਵੇ, ਕਲਗੀ ਧਰਦੇ ਮਾਨੂੰ ਭਾਵੇ, ਮਨ ਮੰਗੀਆਂ ਮੁਰਾਦਾਂ ਪਾਵੇ, ਅੜੇ ਸੋ ਝੜੇ ਸਰਨ ਪਰੇ ਸੋ ਤੁਰੇ, ਜੋ ਬੋਲੇ ਸੋ ਨਿਹਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਦੇ ਲਈ ਜਿੰਦਾਬਾਦ ਨੌਜਵਾਨ ਏਕਤਾ, ਜਿੰਦਾਬਾਦ ਕਿਸਾਨ ਯੂਨੀਅਨ, ਜਿੰਦਾਬਾਦ। ਇਸ ਲਈ ਮੈਂ ਪੱਟੀ ਸਰ ਦਾ ਸਪੈਸ਼ਲ ਥੈਂਕਸ ਕਰਨਾ ਚਾਹਾਂਗੀ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ। ਹਲਚਲ ਟੀਵੀ ਦੇ ਰਾਹੀਂ ਅਸੀਂ ਕੈਨੇਡਾ ਤੋਂ ਆਏ ਲੋਕਾਂ ਨਾਲ ਵੀ ਜੁੜੇ ਤੇ ਇੱਥੇ ਰਹਿੰਦੇ ਸਿੱਖ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਨਾਲ ਵੀ ਰੂਬਰੂ ਹੋਏ ਆ। ਥੈਂਕ ਯੂ ਸਰ। ਜੇ ਕੋਈ ਚੁੱਪ ਕਰ ਜਾਏ, ਲੱਜ ਮਾਰਿਆ ਜੇ ਕੋਈ ਚੁੱਪ ਕਰ ਜਾਏ, ਕਦੇ ਉਸ ਨੂੰ ਡਰਿਆ ਸਮਝੀਏ ਨਾ, ਜ਼ਖਮੀ ਹੋ ਕੇ ਜੇ ਹੋਵੇ ਸ਼ੇਰ ਸੁੱਤਾ, ਕਦੇ ਉਸ ਨੂੰ ਠਰਿਆ ਸਮਝੀਏ ਨਾ। ਜਿਹੜੇ ਕੌਮ ਦੇ ਲਈ ਸ਼ਹੀਦ ਹੋ ਗਏ, ਜਿਹੜੇ ਕੌਮ ਦੇ ਲਈ ਸ਼ਹੀਦ ਹੋ ਗਏ, ਕਦੇ ਉਸ ਨੂੰ ਮਰਿਆ ਸਮਝੀਏ ਨਾ। ਅਸੀਂ ਅੱਗੇ ਬੈਠੇ ਆ, ਅਜਮਾਉਣਾ ਛੱਡ ਦਿਓ, ਅਜਮਾਉਣਾ ਛੱਡ ਦਿਓ। ਵੈਰੀ ਗੁੱਡ, ਬਹੁਤ ਵਧੀਆ ਲੱਗਿਆ। ਕੀ ਨਾਮ ਹੈ ਸਰ ਤੁਹਾਡਾ? ਮੇਰਾ ਨਾਮ ਮਲਕੀਤ ਸਿੰਘ, ਮੈਂ ਜ਼ਿਲ੍ਹਾ ਕਪੂਰਥਲਾ, ਪਿੰਡ ਬਲੇਰ ਖਾਨਪੁਰ। ਬਹੁਤ ਵਧੀਆ ਲੱਗਿਆ ਜੋ ਵੀ ਇਹਨਾਂ ਨੇ ਸੰਦੇਸ਼ ਦਿੱਤਾ, ਉਹ ਸੁਣ ਕੇ ਦਿਲ ਨੂੰ ਕਾਫੀ ਸਕੂਨ ਮਹਿਸੂਸ ਹੋਇਆ ਤੇ ਉਮੀਦ ਕਰਦੇ ਹਾਂ ਕਿ ਜਿਹੜਾ ਇਹ ਮੋਰਚਾ ਹੈ, ਸਰਕਾਰ ਨੂੰ ਵੀ ਮੈਂ ਅਪੀਲ ਕਰਦੀ ਹਾਂ ਕਿ ਕਿਉਂਕਿ ਕਾਫੀ ਲੰਮੇ ਟਾਈਮ ਤੋਂ ਇਹ ਜਿਹੜੇ ਕਿਸਾਨ ਹੈ ਇੱਥੇ ਮੋਰਚੇ ਤੇ ਖੜੇ ਨੇ। ਮੈਨੂੰ ਇਹ ਨਹੀਂ ਪਤਾ ਕਿ ਇਹਨਾਂ ਦੇ ਘਰ ਪਰਿਵਾਰਾਂ ਦੇ ਵਿੱਚ ਕੀ ਸਮੱਸਿਆਵਾਂ ਚੱਲ ਰਹੀਆਂ ਨੇ, ਕੀ ਨਹੀਂ ਚੱਲ ਰਹੀਆਂ ਨੇ। ਸੋ ਸਰਕਾਰ ਨੂੰ ਵੀ ਅਪੀਲ ਕਰਦੀ ਹਾਂ ਕਿ ਜਲਦੀ ਤੋਂ ਜਲਦੀ ਉਹ ਕਿਸਾਨਾਂ ਦੇ ਹੱਕ ਵਿੱਚ ਫੈਸਲਾ ਲੈਣ, ਤਾਂ ਜੋ ਕਿਸਾਨ ਖੁਸ਼ੀ-ਖੁਸ਼ੀ ਆਪਣੇ ਘਰ ਜਾ ਕੇ ਆਪਣੀਆਂ ਫੈਮਿਲੀ ਦੇ ਵਿੱਚ ਵਸਣ। ਔਰ ਇਹ ਖੇਤੀ ਦਾ ਜਿਹੜਾ ਕਾਨੂੰਨ ਪਾਸ ਕੀਤਾ ਹੈ ਮੋਦੀ ਸਰਕਾਰ ਨੇ, ਇਹਨੂੰ ਵਾਪਸ ਲੈ ਕੇ ਜਾਂ ਇਸ ਦੇ ਵਿੱਚ ਕੋਈ ਐਵੇਂ ਦਾ ਚੇਂਜ ਕਰਨ ਜਿਸ ਦੇ ਨਾਲ ਕਿਸਾਨ ਭਾਈਚਾਰਾ ਜਿਹੜਾ ਖੁਸ਼ ਹੋ ਜਾਵੇ, ਉਸ ਦੇ ਲਈ ਮੈਂ ਸਰਕਾਰ ਨੂੰ ਤਹਿ ਦਿਲੋਂ ਅਪੀਲ ਕਰਦੀ ਹਾਂ। ਜਿਹੜੇ ਕਾਲੇ ਕਾਨੂੰਨ ਨੇ ਇਹਨਾਂ ਦੀ ਵਾਪਸੀ ਦੀ ਮੰਗ ਆਈ, ਜਿਹੜੀ ਸਾਡੇ ਜਥੇਬੰਦੀਆਂ ਦੇ ਫੈਸਲੇ ਨੇ, ਇਹਨੂੰ ਵਾਪਸ ਕਰੇ ਤੇ ਮੋੜਨਾ ਸੀ। ਇਹਦੇ ਨਾਲ ਨਾਲ ਅਸੀਂ ਕਾਲੇ ਕਾਨੂੰਨ ਰੱਦ ਕਰਾਉਣਾ ਆ। ਸਾਡੀ ਆ ਵੀ ਮੰਗ ਆ ਪੰਜਾਬ ਦੀ। ਸਾਡੇ ਪੰਜਾਬ ਦੇ ਵਿੱਚ ਜ਼ਿਲ੍ਹੇ ਟੂ ਜ਼ਿਲ੍ਹੇ ਬਜ਼ੁਰਗਾਂ ਦੇ ਕਾਰਡ ਬਣੇ ਹੋਏ ਨੇ ਖਾਣ ਦੇ, ਉਹ ਜੇ ਬਿਮਾਰ ਨੇ, ਸਿਆਣੇ ਨੇ, ਡਾਕਟਰਾਂ ਨੇ ਲਿਖੀ ਹੋਈ ਆ ਤਾਂ ਉਹਨਾਂ ਦੇ ਕਾਰਡ ਬਣੇ ਹੋਏ ਨੇ ਡੀਸੀਆਂ ਵਗੈਰਾ ਤੋਂ, ਸਿਹਤ ਵਿਭਾਗ ਦੇ ਅਫਸਰਾਂ ਤੋਂ। ਹੁਣ ਉਹ ਇਹ ਬੰਦ ਹੋ ਗਈ ਸਿਆੜ ਦੇ ਵਿੱਚ, ਉਹ ਬਜ਼ੁਰਗ ਮਰਦੇ ਨੇ, ਉਹਨਾਂ ਨੂੰ ਕੀ ਮਿਲੂ?
ਉਹਨਾਂ ਨੂੰ ਮਿਲਣੀਆਂ ਗੋਲੀਆਂ ਪੈਨਰ ਦੁਨੀਆਂ ਦੇ ਦਰਦ ਵਾਲੀਆਂ ਗੋਲੀਆਂ ਜਾਂ ਕੋਈ ਜੀਭ ਵਾਲੀਆਂ ਗੋਲੀਆਂ ਚਲਾਤੀਆਂ ਸਾਡੀ ਸਰਕਾਰਾਂ ਨੇ ਸਾਨੂੰ ਮਾਰਨ ਦੇ ਇਰਾਦੇ ਨੇ, ਸਾਡੇ ਆਪ ਦੇ ਸੰਘਰਸ਼ ਨੇ ਬਚਣ ਦੇ ਇਰਾਦੇ ਨੇ। ਅਸੀਂ ਇਹ ਮੰਗ ਤਾਂ ਉਠਾਈ ਆ ਜੀ ਦਿੱਲੀ ਬਾਰਡਰ ਤੇ। ਪਹਿਲਾਂ ਸਾਡੀ 4 ਸਾਲ ਤੋਂ ਪੰਜਾਬ 'ਚ ਮੰਗ ਚੱਲਦੀ ਆ, ਅਸੀਂ ਬਿਜ਼ਨਸ ਲਈ ਪੰਜਾਬ ਦੇ ਵਿੱਚ ਬਿੱਲ ਫੇਅਰ ਬਣੀ ਹੋਈ ਆ, ਪੰਜਾਬ ਦੇ ਵਿੱਚ ਖਾਸ ਖੇਤੀ ਮੁੱਦਾ ਬਿੱਲ ਫੇਅਰ ਪੰਜਾਬ। ਇਹਦਾ ਸਾਡਾ ਪ੍ਰਧਾਨ ਵੀ ਆ ਡਾਕਟਰ ਰਣਜੀਤ ਸਿੰਘ ਜਾਂ ਇਨਸਾਫ ਟੀਮ ਹੋਰ। ਇਹ ਮੰਗ ਸਾਡੀ ਹੁਣ ਦਿੱਲੀ ਦੇ ਬਾਰਡਰ ਤੇ ਵੀ ਆ ਕੇ ਅਸੀਂ ਦਿੱਲੀ ਨੂੰ ਜਗਾਉਣ ਸੈਂਟਰ ਸਰਕਾਰ ਨੂੰ ਦੱਸਣ ਆਏ ਆ ਵੀ ਹੁਣ ਅਸੀਂ ਸਬਰ ਦਾ ਸਾਡਾ ਪਿਆਲਾ ਭਰ ਗਿਆ, ਹੁਣ ਅਸੀਂ ਖਾਸ ਦੇ ਮੁੱਦੇ ਤੇ ਖੁੱਲ੍ਹ ਕੇ ਬੋਲਾਂਗੇ, ਜਿੱਥੋਂ ਅਸੀਂ ਚੁੱਪ ਨਹੀਂ ਰਹਾਂਗੇ। ਸਾਨੂੰ ਬੜਾ ਚਿਰ ਸਰਕਾਰਾਂ ਨੇ ਚੁੱਪ ਕਰਾ ਲਿਆ, ਹੁਣ ਅਸੀਂ ਆਹ ਮੁੱਦੇ ਤੇ ਸਾਹਮਣੇ ਆਵਾਂਗੇ ਚੈਨਲ ਦੇ ਅੱਗੇ। ਅਸੀਂ ਆਪਦੇ ਚਿਹਰੇ ਨੂੰ ਲੁਕੋ ਕੇ ਚੱਲਦੇ ਸੀ, ਥੋੜੀ ਜੂਝ ਸਿਆਣੇ ਕਰਦੇ ਨੇ, ਕੋਈ ਕੰਮਾਂ ਕਰਦਾ, ਕੋਈ ਕਿਵੇਂ ਕਰਦਾ, ਕੋਈ ਢੰਗ ਨਾਲ ਕਰਦਾ, ਕੋਈ ਚੋਰੀ ਕਰਦਾ, ਪਰ ਹੁਣ ਅਸੀਂ ਸਾਹਮਣੇ ਆ ਗਏ। ਜੇ ਅਸੀਂ ਵਰਤੋਂ ਕਰਾਂਗੇ, ਸਾਡੀ 45 ਸਾਲ ਦੀ ਉਮਰ ਆ, ਅਸੀਂ ਵਰਤੋਂ ਕਰਾਂਗੇ, ਅਸੀਂ ਡਰਨ ਵਾਲੇ ਨਹੀਂ, ਹੁਣ ਅਸੀਂ ਸਾਹਮਣੇ ਵੀ ਕਰ ਲਾਂਗੇ। ਸਾਡੇ ਤੇ ਜਿਹੜੇ NP ਐਕਟ ਲਾ ਕੇ ਸਰਕਾਰਾਂ ਨੇ ਸਾਨੂੰ ਅੰਦਰ ਧੱਕਦੀਆਂ ਨੇ, ਅਸੀਂ ਇਸੇ ਆਵਾਜ਼ ਚੱਕਣ ਆਏ ਆ ਵੀ ਸਾਡੀਆਂ ਸੂਬਾ ਸਰਕਾਰਾਂ ਵੀ ਸਮਝ ਜਾਣ, NP ਐਕਟ ਨੂੰ ਵਾਪਸ ਲੈ ਲੈਣ। ਇਹ ਤਿੰਨ ਕਾਨੂੰਨਾਂ ਦੇ ਵਿੱਚ ਲਿਖਿਆ ਹੋਇਆ। ਅਸੀਂ ਆਪਦੀ ਫਸਲ ਲਿਆ ਕੇ ਦਿੱਲੀ ਵੇਚਣ ਦਾ ਕਾਨੂੰਨ ਹੈ ਮੋਦੀ ਸਰਕਾਰ ਦਾ, MP ਵਾਲਿਆਂ ਨੂੰ ਪੋਸਟ ਲਿਆ ਕੇ ਵੇਚਣ ਦਾ ਕਾਨੂੰਨ ਨਹੀਂ। ਉਹ ਕਾਨੂੰਨ ਦੇ ਵਿੱਚ ਕਦੇ ਲਿਖਿਆ ਵੀ ਪੋਸਟ ਨਹੀਂ ਵੇਚਣੀ। ਸਾਨੂੰ ਸਮਗਲਿੰਗ ਤਾਂ ਲਿਆ ਕੇ ਦੇ ਸਕਦੇ ਨੇ, ਸਾਨੂੰ ਸਰਕਾਰਾਂ ਨਹੀਂ ਪ੍ਰਬੰਧ ਕਰ ਸਕਦੀਆਂ। ਜਿਹੜੀ ਸ਼ਰਾਬ ਆ ਇਹ ਵੱਡੇ ਘਰਾਣਿਆਂ ਦੀਆਂ ਇੰਡਸਟਰੀਆਂ ਲੱਗੀਆਂ ਹੋਈਆਂ ਨੇ, ਵੱਡੀਆਂ ਯੂਪੀ 'ਚ, ਹਰਿਆਣੇ 'ਚ, ਪੰਜਾਬ 'ਚ ਵੀ ਨੇ। ਹੁਣ ਮੈਂ ਨਾਂ ਨਹੀਂ ਲੈਂਦਾ, ਵੱਡੇ ਘਰਾਣਿਆਂ ਦੀਆਂ, ਵੱਡੇ ਸਾਬਕਾ ਮੁੱਖ ਮੰਤਰੀਆਂ ਦੀਆਂ, ਵਿੱਤ ਮੰਤਰੀਆਂ ਦੀਆਂ, ਸਾਬਕਾ ਦੀਆਂ ਜਾਂ ਮੌਜੂਦਾ ਦੀਆਂ ਸ਼ਰਾਬ ਤਾਂ ਬਣਾ ਸਕਦੇ ਨੇ ਉਹ ਸਰੇਆਮ। ਉਹਨੂੰ ਕਹਿੰਦੇ ਨੇ ਕੋਈ ਇਹਦੇ 'ਚ ਕੋਈ ਨੁਕਸਾਨ ਨਹੀਂ। ਕੀ ਗੱਲ, ਉਹਦੇ ਲੀਵਰ ਫੇਲ ਹੁੰਦੇ ਨੇ, ਗੁਰਦੇ ਫੇਲ ਹੁੰਦੇ ਨੇ। ਤੁਸੀਂ ਮੈਡੀਕਲ ਤੋਂ ਲੈ ਲਓ ਰਿਪੋਰਟ, ਕਿੰਨੇ ਸ਼ਰਾਬ ਨੇ ਲੋਕ ਬਿਮਾਰ ਕਰਤੇ। ਅਸੀਂ ਸ਼ਰਾਬ ਦਾ ਵੀ ਨਾਲ ਵਿਰੋਧ ਕਰਦੇ ਹਾਂ। ਜੇ ਅਸੀਂ ਇਹਦੀ ਮੰਗ ਕਰਦੇ ਹਾਂ, ਅਸੀਂ ਸ਼ਰਾਬ ਦਾ ਵੀ ਨਾਲ ਵਿਰੋਧ ਕਰਦੇ ਹਾਂ। जी बिल्कुल। किसान मजदूर एकता जिंदाबाद, किसान मजदूर एकता जिंदाबाद। जी बिल्कुल, तुसी जुड़े रहो हलचल TV कैनेडा ਦੇ ਨਾਲ। ਜਿਵੇਂ ਕਿ ਮੈਨੂੰ ਇੱਥੇ ਗੱਲਬਾਤ ਕਰਕੇ ਬਹੁਤ ਵਧੀਆ ਲੱਗਿਆ। ਬਿੱਲ ਆਰਡੀਨੈਂਸ ਦੇ ਨਾਲ ਕਿਸਾਨਾਂ ਨੇ ਇਹ ਵੀ ਮੁੱਦਾ ਚੁੱਕਿਆ ਕਿ ਪੰਜਾਬ ਦੇ ਵਿੱਚੋਂ ਪੂਰੇ ਨਸ਼ੇ ਜਿਹੜੇ ਆ ਬੰਦ ਕੀਤੇ ਜਾਣ ਤੇ ਖਸਖਸ ਦੀ ਖੇਤੀ ਦੀ ਡਿਮਾਂਡ ਕੀਤੀ ਹੋਈ ਹੈ। ਹੁਣ ਦੇਖਦੇ ਹਾਂ ਆਉਣ ਵਾਲੇ ਟਾਈਮ 'ਚ ਕਿ ਸਰਕਾਰ ਕਿਹੜਾ ਫੈਸਲਾ ਨੂੰ ਮਨਜ਼ੂਰ ਕਰਦੀ ਹੈ, ਕਿਹੜੇ ਨੂੰ ਨਹੀਂ ਮਨਜ਼ੂਰ ਕਰਦੀ ਹੈ। ਪਰ ਮੈਂ ਅਪੀਲ ਕਰਦੀ ਹਾਂ ਕਿ ਸਰਕਾਰ ਜਲਦੀ ਤੋਂ ਜਲਦੀ ਇਹ ਫੈਸਲਾ ਲਵੇ।